ਅੱਜ ਦਾ ਜਿਹੜਾ ਟੌਪਿਕ ਹੈਗਾ ਵਾ ਸੇਫਗਾਰਡ ਆਫ ਲਿਬਰਟੀ। ਸੇਫਗਾਰਡ ਆਫ ਲਿਬਰਟੀ ਦਾ ਮਤਲਬ ਹੁੰਦਾ ਵਾ ਸਵਤੰਤਰਤਾ ਦੀਆਂ ਸੁਰੱਖਿਆਵਾਂ। ਮਤਲਬ ਤੁਸੀਂ ਆਪਣੀ ਸਵਤੰਤਰਤਾ, ਆਪਣੀ ਜਿਹੜੀ ਹੈਗੀ ਆ ਲਿਬਰਟੀ, ਤੁਸੀਂ ਇਸ ਨੂੰ ਬਣਾਏ ਰੱਖਣਾ ਹੈਗਾ ਵਾ। ਲੇਕਿਨ ਇਹਨੂੰ ਬਣਾਉਣ ਦੇ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਗੀ। ਜਿੱਦਾਂ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਤੁਸੀਂ ਲਿਬਰਟੀ ਨੂੰ ਆਪਣੇ ਆਪ ਨੂੰ ਸਮਝ ਲੈਣਾ ਹੈਗਾ ਵਾ। ਠੀਕ ਹੈ, ਮਤਲਬ ਮੰਨ ਲਓ ਤੁਸੀਂ ਸਾਰੇ ਤੇ ਮੈਂ ਇਸ ਟਾਈਮ ਲਿਬਰਟੀ ਆ। ਠੀਕ ਹੈ, ਹੁਣ ਮੈਨੂੰ ਲਿਬਰਟੀ ਇੱਕ ਵਰਡ ਆ, ਜਸਟ ਆਪਾਂ ਵਰਡ ਨੂੰ ਹੀ ਆਪਣੇ ਆਪ ਨੂੰ ਮੰਨ ਲਿਆ ਕਿ ਮੈਂ ਪੂਰਾ ਦਾ ਪੂਰਾ ਇੱਕ ਲਿਬਰਟੀ ਵਰਡ ਆ। ਠੀਕ ਹੈ, ਤੇ ਮੈਨੂੰ ਪ੍ਰੋਟੈਕਟ ਕਰਨ ਦੇ ਲਈ ਕਿਹੜੇ ਸੇਫਗਾਰਡ ਦੀ ਜ਼ਰੂਰਤ ਹੈਗੀ ਆ। ਠੀਕ ਹੈ, ਮੈਨੂੰ ਪ੍ਰੋਟੈਕਟ ਕਰਨ ਦੇ ਲਈ ਕਿਹੜੇ ਸੇਫਗਾਰਡ ਦੀ ਜ਼ਰੂਰਤ ਹੈਗੀ। ਅਸੀਂ ਕਹਿਣਾ ਹੈ ਕਿ ਜਿਹੜਾ ਹਿਊਮਨ ਬੀਇੰਗ ਹੈਗਾ ਵਾ ਹਮੇਸ਼ਾ ਹੀ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ ਹੈਗਾ ਵਾ। ਪਰ ਇਹਦੇ ਬਾਵਜੂਦ ਵੀ, ਠੀਕ ਹੈ, ਮਤਲਬ ਹਿਊਮਨ ਬੀਇੰਗ ਆਪਣੇ ਆਪ ਨੂੰ ਪ੍ਰੋਟੈਕਟ ਕਰਦਾ ਰਹਿੰਦਾ ਵਾ, ਲੇਕਿਨ ਕਹਿੰਦੇ ਕਿ ਬਹੁਤ ਸਾਰੀਆਂ ਫਿਰ ਵੀ ਉਹਨੂੰ ਪ੍ਰੋਬਲਮਸ ਆਉਂਦੀਆਂ ਨੇ। ਸੋ ਕਹਿੰਦੇ ਇਟ ਨੀਡ ਟੂ ਬੀ ਦਾ ਸੇਫਗਾਰਡ। ਕਹਿੰਦੇ ਸੋ ਇਸ ਦੇ ਲਈ ਉਹਨੂੰ ਇੱਕ ਸੇਫਗਾਰਡ ਦੀ ਜ਼ਰੂਰਤ ਪੈਂਦੀ ਹੈਗੀ ਆ। ਠੀਕ ਹੈ, ਮਤਲਬ ਕਿ ਹਿਊਮਨ ਬੀਇੰਗ ਆਪਣੇ ਆਪ, ਜਿੱਦਾਂ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਰੱਖਣ ਦੇ ਲਈ, ਹੁਣ ਮੰਨ ਲਓ ਬਾਰਿਸ਼ ਆ ਰਹੀ ਹੈ, ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਰੱਖਣ ਦੇ ਲਈ ਘਰ ਦੇ ਅੰਦਰ ਚਲੇ ਜਾਂਦੇ ਹਾਂ। ਠੀਕ ਹੈ, ਅੰਦਰ ਬਾਰਿਸ਼ ਆ ਰਹੀ ਹੈਗੀ ਆ, ਕਿਸੇ ਹੋਰ ਜਗ੍ਹਾ ਤੇ ਚਲੇ ਜਾਂਦੇ ਹੈਗੇ ਆ। ਇਹਦਾ ਮਤਲਬ ਹੈ ਹਿਊਮਨ ਬੀਇੰਗ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਕੁਛ ਨਾ ਕੁਛ ਕਰਦਾ ਰਹਿੰਦਾ, ਲੇਕਿਨ ਫਿਰ ਵੀ ਉਹਨੂੰ ਨੀਡ ਪੈਂਦੀ ਹੈਗੀ ਆ। ਸੋ ਇਹ ਤਾਂ ਹੋ ਗਿਆ ਹਿਊਮਨ ਬੀਇੰਗ। ਅਸੀਂ ਕਰਨਾ ਹੈਗਾ ਕਿ ਲਿਬਰਟੀ ਆਪਣੇ ਆਪ, ਲਿਬਰਟੀ ਮਤਲਬ ਸਵਤੰਤਰਤਾ। ਠੀਕ ਹੈ, ਮਤਲਬ ਫ੍ਰੀडम। तो लिबर्टी अपने आप ਨੂੰ ਪ੍ਰੋਟੈਕਟ ਕਰਨ ਦੇ ਲਈ ਕਿਹੜੇ ਕੰਮ ਕਰੇਗੀ। ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਐਬਸੈਂਸ ਆਫ ਅ ਸਪੈਸ਼ਲ ਰਾਈਟ। ਕਹਿੰਦੇ ਕਿਸੇ ਕੋਲ ਵੀ ਸਪੈਸ਼ਲ ਰਾਈਟ ਨਹੀਂ ਹੋਣੇ ਚਾਹੀਦੇ। ਠੀਕ ਹੈ, ਮੰਨ ਲਓ ਮੈਂ ਡੀਸੀ ਦਾ ਪੁੱਤਰ ਹੈਗਾ, ਨਹੀਂ ਗਰਲ ਹੈਗੀਆਂ, ਚਲ ਠੀਕ ਹੈ ਪੁੱਤਰ ਬੋਲ ਦਿੱਤਾ, ਤਾਂ ਗਰਲ ਹੈਗੀਆਂ, ਤਾਂ ਮੇਰੇ ਲਈ ਸਪੈਸ਼ਲ ਰਾਈਟ ਬਣਨ ਤੇ ਤੁਸੀਂ ਆਮ ਇਨਸਾਨ ਹੈਗੇ ਹੋ, ਤੁਹਾਡੇ ਲਈ ਸਪੈਸ਼ਲ ਰਾਈਟ ਨਾ ਬਣਨ, ਤੇ ਇਹਦਾ ਮਤਲਬ ਇਕੁਐਲਿਟੀ ਹੈ? ਇਕੁਐਲਿਟੀ ਹੈ ਹੀ ਨਹੀਂ। ਕਹਿੰਦੇ ਕਦੇ ਵੀ ਸਪੈਸ਼ਲ ਰਾਈਟ ਨਹੀਂ ਹੋਣੇ ਚਾਹੀਦੇ। ਉਹਨਾਂ ਨੇ ਬੜਾ ਅੱਛਾ ਵਰਡ ਲਿਖਿਆ ਹੈ ਕਿ ਐਬਸੈਂਸ ਆਫ ਅ ਸਪੈਸ਼ਲ ਰਾਈਟ। ਕਹਿੰਦੇ ਕਿ ਸਪੈਸ਼ਲ ਰਾਈਟ ਕਿਸੇ ਲਈ ਨਹੀਂ ਹੋਣੇ ਚਾਹੀਦੇ। ਠੀਕ ਹੈ, ਪੰਜਾਬੀ ਚ ਵਰਡ ਹੁੰਦਾ ਹੈ ਅਣਹੋਂਦ, ਮਤਲਬ ਨਾ ਹੋਣਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਕਹਿੰਦੇ ਐਬਸੈਂਸ ਆਫ ਇੰਟਰਫੇਰੈਂਸ ਬਾय ਅਦਰ। ਕਹਿੰਦੇ ਇੱਕ ਦੂਜੇ ਦੇ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ, ਯਾਨੀ ਕਿ ਇੱਕ ਦੂਜੇ ਦੇ ਕੰਮਾਂ 'ਚ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਫੋਰ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕੋਈ ਕੰਮ ਕਰ ਰਹੇ ਹੋ ਜੀ, ਮੈਂ ਉਹਦੇ ਵਿੱਚ ਆ ਕੇ ਆਪਣਾ ਹੀ ਮਤਲਬ ਸਿਸਟਮ ਜਿਹਾ ਸਟਾਰਟ ਕਰ ਲਾਂ, ਤੁਸੀਂ ਇਹ ਕਰ ਰਹੇ ਹੋ, ਇਹ ਨਹੀਂ ਕਰਨਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ, ਉਦਾਂ ਨਹੀਂ ਕਰਨਾ ਚਾਹੀਦਾ। ਹਰ ਆਦਮੀ ਬੜਾ ਚੁਸਤ ਹੈ, ਚਲਾਕ ਹੈ, ਵਧੀਆ ਵਾ, ਸ਼ਾਰਪ ਮਾਈਂਡਡ ਹੈ ਹਰ ਕੋਈ ਪਰਸਨ ਆਪਣੇ ਬਿਹਾਫ ਦੇ ਉੱਤੇ। ਸੋ ਕਿਸੇ ਨੂੰ ਐਡਵਾਈਸ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਠੀਕ ਹੈ, ਤਾਂ ਕਹਿੰਦੇ ਦੇਣੀ ਵੀ ਨਹੀਂ ਚਾਹੀਦੀ। ਠੀਕ ਹੈ, ਨੈਕਸਟ ਹੈਗਾ ਵਾ ਤੁਹਾਡਾ, ਕਹਿੰਦੇ ਕਿ ਸਪੈਸ਼ਲ ਪ੍ਰੋਵੀਜ਼ਨ ਮੇਡ ਬਾय ਦ ਸਟੇਟ ਫॉर द ਪ੍ਰੋਟੈਕਸ਼ਨ ਆਫ ਲਿਬਰਟੀ। ਕਹਿੰਦੇ ਰਾਜ ਦੇ ਦੁਆਰਾ, ਮਤਲਬ ਇੱਕ ਸਟੇਟ ਦੇ ਦੁਆਰਾ ਤੁਹਾਡੀ ਜਿਹੜੀ ਫ੍ਰੀडम ਹੈਗੀ ਆ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਕੁਝ ਮਤਲਬ ਕਿ ਸਪੈਸ਼ਲ ਪ੍ਰੋਵੀਜ਼ਨਸ ਕਰਨੀਆਂ ਚਾਹੀਦੀਆਂ ਨੇ। ਸਪੈਸ਼ਲ ਪ੍ਰੋਵੀਜ਼ਨ ਦਾ ਮਤਲਬ ਹੈਗਾ ਵਿਸ਼ੇਸ਼ ਸੁਰੱਖਿਆਵਾਂ ਕਰਨੀਆਂ ਚਾਹੀਦੀਆਂ ਹੈਗੀਆਂ। ਗਵਰਨਮੈਂਟ ਨੂੰ ਚਾਹੀਦਾ ਵਾ ਕਿ ਉਹ ਅੱਛੀਆਂ ਚੀਜ਼ਾਂ ਇਦਾਂ ਦੀਆਂ ਬਣਾ ਦੇਵੇ ਕਿ ਲਿਬਰਟੀ ਨੂੰ ਕੋਈ ਨੁਕਸਾਨ ਹੀ ਨਾ ਪਹੁੰਚਾ ਸਕੇ। ਠੀਕ ਹੈ, ਸੋ ਇਸ ਤਰ੍ਹਾਂ ਕਹਿੰਦੇ ਕਿ ਕਿਹੜੇ ਇਦਾਂ ਦੇ ਕੰਮ ਹੈਗੇ ਆ ਜਿਹੜੇ ਕਰਨੇ ਚਾਹੀਦੇ ਆ ਜਿਹਦੇ ਨਾਲ ਸਾਡੀ ਲਿਬਰਟੀ ਜਿਹੜੀ ਹੈਗੀ ਆ ਉਹ ਮਤਲਬ ਸੁਤੰਤਰ ਰਵੇ। ਸਭ ਤੋਂ ਪਹਿਲਾਂ ਹੈਗਾ ਕਨਸਟੈਂਟ ਵਿਜੀਲੈਂਸ। ਮਤਲਬ ਕਨਸਟੈਂਟ ਵਿਜੀਲੈਂਸ ਦਾ ਮਤਲਬ ਹੈਗਾ ਕਈ ਜਗ੍ਹਾ ਦੇ ਉੱਤੇ ਵਿਜੀਲੈਂਟ ਪੀਪਲ ਵੀ ਲਿਖਿਆ ਹੁੰਦਾ ਵਾ, ਸੋ ਕਨਫਿਊਜ਼ਡ ਨਹੀਂ ਹੋਣਾ ਇਹਨਾਂ ਦੋਹਾਂ ਦੇ ਵਿੱਚ, ਮਤਲਬ ਇੱਕੋ ਹੀ ਆ ਕਿ ਜਾਗਰੂਕ ਲੋਕ। ਠੀਕ ਹੈ, ਤਾਂ ਕਹਿੰਦੇ ਕਿ ਜਿਹੜੇ ਲੋਕ ਹੈਗੇ ਆ ਮੋਸਟਲੀ ਉਹ ਕੀ ਹੋਣੇ ਚਾਹੀਦੇ ਹੈਗੇ ਆ, ਜਾਗਰੂਕ, ਵਿਜੀਲੈਂਟ ਹੋਣੇ ਚਾਹੀਦੇ ਆ, ਵਿਜੀਲੈਂਸ ਹੋਣੇ ਚਾਹੀਦੇ ਆ। ਠੀਕ ਹੈ, ਲੈਂਟ ਔਰ ਲੈਂਸ ਦੇ ਵਿਚਕਾਰ ਕੋਈ ਅੰਤਰ ਨਹੀਂ ਹੈ, ਸੇਮ ਹੀ ਹੈ ਮਤਲਬ। तो ਵਿਜੀਲੈਂਟ ਕਹਿੰਦੇ ਹੋਣੇ ਚਾਹੀਦੇ, ਲੋਕ ਜਾਗਰੂਕ ਹੋਣੇ ਚਾਹੀਦੇ ਹੈਗੇ ਆ। ਕਹਿੰਦੇ ਅਗਰ ਉਹਨਾਂ ਨੂੰ ਲੱਗਦਾ ਹੈਗਾ ਕਿ ਕੋਈ ਸਮ ਪਰਸਨ ਉਹਨਾਂ ਦੇ ਲਈ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈਗਾ ਵਾ, ਕਹਿੰਦੇ ਉਹਨਾਂ ਦੀ ਫ੍ਰੀडम ਜਿਹੜੀ ਹੈਗੀ ਆ ਪ੍ਰੋਟੈਕਟ ਨਹੀਂ ਹੈਗੀ, ਦੈਨ ਕਹਿੰਦੇ ਕਿ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਗਵਰਨਮੈਂਟ ਨੂੰ ਚਾਹੀਦਾ ਵਾ ਕਿ ਲੋਕਾਂ ਦੇ ਲਈ ਕੋਈ ਨਾ ਕੋਈ ਇਸ ਤਰ੍ਹਾਂ ਦੀ ਸੁਵਿਧਾ, ਕੋਈ ਇਸ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰ ਦੇਵੇ ਕਿ ਜਿਹੜੇ ਆਮ ਲੋਕ ਹੈਗੇ ਨੇ ਉਹ ਸੁਰੱਖਿਅਤ ਰਹਿ ਸਕਣ। ਠੀਕ ਹੈ, ਕਹਿੰਦੇ ਕਿ ਲੋਕ ਜਿਹੜੇ ਹੈਗੇ ਆ ਉਹ ਆਪਣੇ ਆਪ ਤੇ ਵੀ ਮਤਲਬ ਕੰਟਰੋਲ ਕਰਨ ਕਿ ਜੋ ਵੀ ਗਵਰਨਮੈਂਟ ਦੇ ਦੁਆਰਾ ਰੂਲ ਵਗੈਰਾ ਬਣਾਏ ਗਏ ਹੈਗੇ ਉਹਦੇ ਵਿੱਚ ਆਪਣੇ ਆਪ ਨੂੰ ਸੈੱਟ ਕਰ ਲੈਣ। ਜਿੱਦਾਂ ਮੈਂ ਤੁਹਾਨੂੰ ਆਂਦਿਆ ਸਾਰੀ ਇੱਕ ਨਿਊਜ਼ ਦੱਸੀ ਸੀ ਕਿ ਜਲੰਧਰ, ਪਟਿਆਲਾ ਤੇ ਲੁਧਿਆਣੇ ਦੇ ਵਿੱਚ ਕਰੋਨਾ ਦੇ ਮਰੀਜ਼ ਜ਼ਿਆਦਾ ਹੋਣ ਕਰਕੇ ਕਰਫਿਊ ਦੁਬਾਰਾ ਲੱਗਣ ਲੱਗਾ ਹੈ ਚੀਫ ਮਿਨਿਸਟਰ ਦੇ ਦੁਆਰਾ।
ਰਾਤ ਦੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਕਰਫਿਊ ਲੱਗੇਗਾ, ਮਾਰਨਿੰਗ ਦੇ 5 ਵਜੇ ਤੱਕ। ਇਹਦਾ ਮਤਲਬ ਕੀ ਹੈ ਕਿ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾ ਹੈ, ਲੋਕਾਂ ਨੂੰ ਵੀ ਵਿਜੀਲੈਂਸ ਹੋਣਾ ਪੈਣਾ ਹੈਗਾ ਵਾ, ਕਿਉਂਕਿ ਜੇ ਲੋਕ ਜਾਗਰੂਕ ਨਹੀਂ ਹੋਣਗੇ ਦੈਨ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਉਹਨਾਂ ਦੇ ਲਈ ਕੀ ਸਹੀ ਹੈ ਤੇ ਕੀ ਗਲਤ ਹੈ। ਠੀਕ ਹੈ, ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈਗਾ ਵਾ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਕਿ ਡੈਮੋਕ੍ਰੈਟਿਕ ਗਵਰਨਮੈਂਟ, ਕਹਿੰਦੇ ਗਵਰਨਮੈਂਟ ਜਿਹੜੀ ਹੈਗੀ ਹੈ ਡੈਮੋਕ੍ਰੈਟਿਕ ਹੋਣੀ ਚਾਹੀਦੀ ਹੈ, ਕਿਉਂਕਿ ਡੈਮੋਕ੍ਰੈਟਿਕ ਗਵਰਨਮੈਂਟ ਦੇ ਵਿੱਚ ਹੀ ਸਾਰੀਆਂ ਦੀਆਂ ਸਾਰੀਆਂ ਪਾਵਰ ਜਿਹੜੀਆਂ ਹੁੰਦੀਆਂ ਨੇ ਆਮ ਲੋਕਾਂ ਦੇ ਦੁਆਰਾ ਲੀਡਰਸ ਨੂੰ ਦਿੱਤੀਆਂ ਜਾਂਦੀਆਂ ਨੇ। ਇਹ ਆਮ ਲੋਕ ਲੀਡਰ ਨੂੰ ਕਿੱਦਾਂ ਦਿੰਦੇ ਆ, ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਖੜੇ ਹੁੰਨੇ ਆ, ਇਹ ਆਮ ਲੋਕ ਹੀ ਹੁੰਦੇ ਨੇ ਜਿਹੜੇ ਸਾਨੂੰ ਵੋਟਾਂ ਦਿੰਦੇ ਨੇ। ਦੈਨ ਇਹ ਜਦੋਂ ਸਾਨੂੰ ਰਾਈਟ ਟੂ ਵੋਟ, ਜਦੋਂ ਇਹਨਾਂ ਨੂੰ ਰਾਈਟ ਟੂ ਵੋਟ ਦਾ ਰਾਈਟ ਜਿਹੜਾ ਪ੍ਰੋਵਾਈਡ ਹੈਗਾ ਵਾ, ਦੈਨ ਸਾਨੂੰ ਰਾਈਟ ਟੂ ਕੰਟੈਸਟ ਇਲੈਕਸ਼ਨ, ਚੋਣਾਂ ਲੜਨ ਦਾ ਅਧਿਕਾਰ ਹੈਗਾ ਵਾ। ਦੈਨ ਇਹ ਸਾਨੂੰ ਵਿਨਰ ਕਰਦੇ ਨੇ ਤੇ ਅਸੀਂ ਇਲੈਕਸ਼ਨ ਦੇ ਵਿੱਚ ਅਗਰ ਵਿਨਰ ਹੋ ਜਾਂਦੇ ਆ ਦੈਨ ਅਸੀਂ ਆਪਣੀ ਗਵਰਨਮੈਂਟ ਨੂੰ ਚਲਾਉਂਦੇ ਆ। ਸੋ ਅਸੀਂ ਕਵਾਂਗੇ ਕਿ ਡੈਮੋਕ੍ਰੈਟਿਕ ਗਵਰਨਮੈਂਟ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਪਾਵਰ ਹੁੰਦੀ ਆ ਲੋਕਾਂ ਦੇ ਕੋਲ ਹੁੰਦੀ ਆ। ਸੋ ਕਹਿੰਦੇ ਕਿ ਲੋਕ ਉਦੋਂ ਤੱਕ ਆਪਣੀ ਪੋਸਟ ਦੇ ਉੱਤੇ ਰਹਿੰਦੇ ਹੈਗੇ ਆ, ਮਤਲਬ ਲੀਡਰ ਉਦੋਂ ਤੱਕ ਆਪਣੀ ਪੋਸਟ ਦੇ ਉੱਤੇ ਰਹਿੰਦੇ ਆ ਜਦੋਂ ਤੱਕ ਆਮ ਜਨਤਾ ਪਬਲਿਕ ਨੂੰ ਲੋਕਾਂ ਜਦੋਂ ਤੱਕ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਪਬਲਿਕ ਦਾ ਵਿਸ਼ਵਾਸ ਪ੍ਰਾਪਤ ਹੈਗਾ। ਪਬਲਿਕ ਜਦੋਂ ਤੱਕ ਉਹਨਾਂ ਤੇ ਬਿਲੀਵ ਕਰਦੀ ਉਹ ਪਰਸਨ ਆਪਣੀ ਪੋਜੀਸ਼ਨ ਤੇ ਰਹਿੰਦਾ ਹੈ। ਜਿੱਦਾਂ ਹੀ ਪਬਲਿਕ ਆਪਣਾ ਜਿਹੜਾ ਬਿਲੀਵ ਹੈਗੀ ਆ ਖੋ ਦਿੰਦੀ ਹੈਗੀ ਉਹ ਪਰਸਨ ਜਿਹੜਾ ਹੈਗਾ ਵਾ ਡਾਊਨ ਹੋ ਜਾਂਦਾ ਹੈਗਾ। ਤੁਸੀਂ ਇਬਰਾਹਿਮ ਲਿੰਕਨ ਦੀ ਇੱਕ ਕੋਟੇਸ਼ਨ ਸੁਣੀ ਹੋਣੀ ਹੈ ਨਾ ਡੈਮੋਕ੍ਰੇਸੀ ਦੇ ਬਾਰੇ ਵਿੱਚ, ਡੈਮੋਕ੍ਰੇਸੀ ਆਫ ਦਾ ਪੀਪਲ, ਫॉर ਦਾ ਪੀਪਲ, ਬਾय ਦਾ ਪੀਪਲ। ਮਤਲਬ ਲੋਕਤੰਤਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਰਾਹੀਂ ਸਰਕਾਰ ਹੈਗੀ ਹੈ। ਠੀਕ ਹੈ, ਕਹਿੰਦੇ ਗਵਰਨਮੈਂਟ ਏਦਾਂ ਦਾ ਕੋਈ ਰੂਲ ਨਹੀਂ ਪਾਸ ਕਰ ਸਕਦੀ ਹੈਗੀ ਜਿਹੜਾ ਰੂਲ ਜਨਤਾ ਮਤਲਬ ਕਿ ਪਬਲਿਕ ਦੇ ਅਗੇਂਸਟ ਹੋਵੇ। ਠੀਕ ਹੈ, ਨੈਕਸਟ ਹੈਗਾ ਕੋਆਪਰੇਸ਼ਨਸ ਬਿਟਵੀਨ ਦਾ ਗਵਰਨਮੈਂਟ ਐਂਡ ਦਾ ਪੀਪਲ। ਕਹਿੰਦੇ ਕਿ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਸਹਿਯੋਗ ਹੋਣਾ ਚਾਹੀਦਾ ਵਾ। ਠੀਕ ਹੈ, ਸਾਡੀ ਲਿਬਰਟੀ ਤਾਂ ਪ੍ਰੋਟੈਕਟ ਆ ਜੇ ਅਸੀਂ ਆਪਣਾ ਲਿੰਕ ਗਵਰਨਮੈਂਟ ਦੇ ਨਾਲ ਤੇ ਗਵਰਨਮੈਂਟ ਸਾਡਾ ਲਿੰਕ ਆਪਣੇ ਨਾਲ ਬਣਾਈ ਰੱਖੇ। ਕਿਉਂਕਿ ਦੇਖੋ ਸਾਨੂੰ ਕਿਸੇ ਡਿਮਾਂਡ ਦੀ ਜ਼ਰੂਰਤ ਹੈਗੀ ਆ, ਅਸੀਂ ਗਵਰਨਮੈਂਟ ਨੂੰ ਕਵਾਂਗੇ। ਗਵਰਨਮੈਂਟ ਤੱਕ ਸਾਡੀਆਂ ਚੀਜ਼ਾਂ ਕਦੋਂ ਪਹੁੰਚਣਗੀਆਂ, ਜਦੋਂ ਗਵਰਨਮੈਂਟ ਸਾਡੇ ਨਾਲ ਲਿੰਕ ਬਿਟਵੀਨ ਦਾ ਕੰਮ ਕਰਦੀ ਹੈਗੀ ਆ। ਮਤਲਬ ਜਦੋਂ ਤੱਕ ਜਿਹੜੀ ਗਵਰਨਮੈਂਟ ਹੈਗੀ ਜਦੋਂ ਤੱਕ ਉਹਦਾ ਸਾਡੇ ਨਾਲ ਲਿੰਕ ਹੈਗਾ ਵਾ ਦੈਨ ਉਦੋਂ ਤੱਕ ਉਹ ਸਾਨੂੰ ਫੈਸਿਲਿਟੀ ਪਹੁੰਚਾਉਂਦੀ ਰਹਿੰਦੀ ਹੈਗੀ ਹੈ। ਸੋ ਕਹਿੰਦੇ ਕਿ ਲਿੰਕ ਬਿਟਵੀਨ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ, ਤਾਂ ਹੀ ਸਾਡੀ ਜਿਹੜੀ ਫਰੀडम ਹੈਗੀ ਆ, ਜਿਹੜੀ ਸਾਡੀ ਲਿਬਰਟੀ ਹੈਗੀ ਆ ਉਹ ਪ੍ਰੋਟੈਕਟ ਹੋ ਸਕਦੀ ਆ। ਕਿਉਂਕਿ ਕਹਿੰਦੇ ਕਿ ਅਸੀਂ ਆਪਣੀ ਲਿਬਰਟੀ ਨੂੰ ਉਦੋਂ ਹੀ ਇੰਜੋਏ ਕਰ ਸਕਦੇ ਹਾਂ ਜਦੋਂ ਇੱਕ ਸੇਫ ਤਰ੍ਹਾਂ ਦਾ ਇਨਵਾਇਰਨਮੈਂਟ ਹੈਗਾ ਵਾ। ਕਿਸੇ ਜਗ੍ਹਾ ਦੇ ਉੱਤੇ ਫਾਈਟ ਹੋ ਰਹੀ ਹੈ, ਠੀਕ ਹੈ, ਲੜਾਈ ਹੋ ਰਹੀ ਹੈ, ਕੋਈ ਗਾਲੀ ਗਲੋਚ ਕਰ ਰਿਹਾ ਹੈ, ਸਾਨੂੰ ਲੱਗਦਾ ਹੈ ਸਾਡੀ ਫਰੀडम ਖਤਮ ਹੈ। ਠੀਕ ਹੈ, ਬਿਕੋਜ਼ ਅਗਰ ਗਾਲੀ ਗਲੋਚ ਹੋ ਰਿਹਾ ਹੈ ਤੇ ਫੈਮਿਲੀ ਮੈਂਬਰ ਕਦੇ ਵੀ ਗਰਲਸ ਨੂੰ ਬਾਹਰ ਨਹੀਂ ਆਣ ਦਿੰਦੇ। फाइट हो रही है तो बॉयज ਨੂੰ ਬਾਹਰ ਨਹੀਂ ਆਣ ਦਿੰਦੇ ਬਿਕੋਜ਼ ਬॉयਜ਼ ਜ਼ਿਆਦਾ ਜਾ ਕੇ ਲੜਦੇ ਹੈਗੇ ਆ। ਠੀਕ ਹੈ, तो ਇਹਦਾ ਮਤਲਬ ਇਹ ਕੀ ਹੈਗਾ ਵਾ ਕਿ ਇੱਕ ਸੇਫ ਇਨਵਾਇਰਨਮੈਂਟ ਦੇ ਵਿੱਚ ਤੁਹਾਡੀ ਲਿਬਰਟੀ ਪ੍ਰੋਟੈਕਟ ਹੋ ਸਕਦੀ ਆ। ਸੋ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਹੈ, ਲਿੰਕ ਬਿਟਵੀਨ ਦਾ ਕੰਮ, ਯਾਨੀ ਕਿ ਗਵਰਨਮੈਂਟ ਦਾ ਲਿੰਕ ਜਨਤਾ ਦੇ ਨਾਲ, ਜਨਤਾ ਦਾ ਯਾਨੀ ਕਿ ਪਬਲਿਕ ਦੇ ਨਾਲ, ਪਬਲਿਕ ਦਾ ਲਿੰਕ ਗਵਰਨਮੈਂਟ ਦੇ ਨਾਲ ਹੋਣਾ ਚਾਹੀਦਾ ਵਾ ਤਾਂ ਜੋ ਜਿਹੜੀ ਸਿਸਟਮ ਹੈਗਾ ਵਾ ਅੱਛੇ ਤਰੀਕੇ ਨਾਲ ਚੱਲ ਸਕੇ। ਨੈਕਸਟ ਹੈਗਾ ਜੀ ਫੰਡਾਮੈਂਟਲ ਰਾਈਟਸ। ਕਹਿੰਦੇ ਫੰਡਾਮੈਂਟਲ ਰਾਈਟਸ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ, ਕਿਉਂਕਿ ਜਦੋਂ ਤੱਕ ਫੰਡਾਮੈਂਟਲ ਰਾਈਟਸ ਹੈਗੇ ਨੇ ਦੈਨ ਤੁਹਾਡੇ ਸਾਰੇ ਰਾਈਟਸ ਪ੍ਰੋਟੈਕਟ ਹੈਗੇ ਨੇ। ਫੰਡਾਮੈਂਟਲ ਰਾਈਟਸ ਸਮਝਦੇ ਹੋ ਨਾ, 6 ਟਾਈਪ ਆਫ ਫੰਡਾਮੈਂਟਲ ਰਾਈਟ ਇਨਕਲੂਡਿੰਗ ਇਨ ਦਾ ਕਨਸਟੀਟਿਊਸ਼ਨ, ਕਿ ਜਿਹੜੇ 6 ਤਰ੍ਹਾਂ ਦੇ ਫੰਡਾਮੈਂਟਲ ਰਾਈਟਸ ਨੇ ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਐਡ ਨੇ। ਆਰਟੀਕਲ 12 ਤੋਂ ਲੈ ਕੇ 32 ਤੱਕ ਇਹ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਤੁਹਾਨੂੰ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੇ ਗਏ ਨੇ। ਕਹਿੰਦੇ ਕਿ ਰਾਈਟ ਹੀ ਹੈਗੇ ਨੇ ਜਿਹੜੇ ਕਿ ਮਤਲਬ ਤੁਹਾਨੂੰ ਹਰ ਰਾਈਟ ਨੂੰ ਪ੍ਰੋਟੈਕਟ ਕਰਨ ਦੀ ਗਾਰੰਟੀ ਦਿੰਦੇ ਨੇ। ਠੀਕ ਹੈ, ਕਹਿੰਦੇ ਕਿ ਇਹਦੇ ਵਿੱਚ ਇਹਦੇ ਵਿੱਚ ਨਹੀਂ ਲਿਖਿਆ ਹੋਇਆ, ਤੁਸੀਂ ਵੈਸੇ ਹੀ ਯਾਦ ਰੱਖਣਾ ਹੈਗਾ, ਮੈਂ ਪਹਿਲਾਂ ਵੀ ਦੱਸਿਆ ਵਾ, ਤੁਸੀਂ ਲਿਖਣਾ ਹੈਗਾ ਆਰਟੀਕਲ 32। ਇਦਾਂ ਦਾ ਆਰਟੀਕਲ ਹੈਗਾ ਵਾ ਜਿਹੜਾ ਤੁਹਾਨੂੰ ਕਹਿੰਦਾ ਹੈ ਕਿ ਤੁਹਾਡੇ ਸਾਰੇ ਰਾਈਟ ਨੂੰ ਪ੍ਰੋਟੈਕਟ ਕਰਨ ਦਾ ਕੰਮ ਆਰਟੀਕਲ 32 ਦਾ ਹੈ। ਬਿਕੋਜ਼ ਉਹਦੇ ਵਿੱਚ ਲਿਖਿਆ ਹੋਇਆ ਵਾ ਕਿ ਅਗਰ ਤੁਹਾਡੇ ਰਾਈਟਸ ਨੂੰ ਕੋਈ ਹਾਰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਵਾ, ਦੈਨ ਤੁਸੀਂ ਕੀ ਕਰ ਸਕਦੇ ਹੈਗੇ ਹੋ, ਅਦਾਲਤ ਦੇ ਵਿੱਚ ਯਾਨੀ ਕਿ ਕੋਰਟ ਦੇ ਵਿੱਚ ਜਿਹੜੀ ਹੈਗੀ ਆਪਣੀ ਅਪੀਲ ਕਰ ਸਕਦੇ ਹੋ। ਨੈਕਸਟ ਹੈਗਾ ਵਾ ਸੈਪਰੇਸ਼ਨਸ ਆਫ ਪਾਵਰ। ਕਹਿੰਦੇ ਸ਼ਕਤੀਆਂ ਦੀ ਵੰਡ ਦਾ ਹੋਣਾ ਜ਼ਰੂਰੀ ਹੈ। ਹੁਣ ਤੁਸੀਂ ਦੇਖੋ ਅਗਰ ਪਾਵਰ ਨੂੰ ਡਿਵਾਈਡ ਨਾ ਕੀਤਾ ਜਾਵੇ ਤੇ ਤੁਸੀਂ ਮੰਨ ਕੇ ਚੱਲੋ ਸਿਸਟਮ ਇੰਨਾ ਕੁ ਜ਼ਿਆਦਾ ਖਰਾਬ ਹੋ ਜਾਏਗਾ। ਡਿਕਟੇਟਰਸ਼ਿਪ ਸੁਣਿਆ ਹੈ ਕੀ ਹੁੰਦੀ ਹੈ ਵੀ ਡਿਕਟੇਟਰਸ਼ਿਪ, ਅਗਰ ਸੁਣਿਆ ਹੋਵੇ ਵਰਡ ਤੋਂ, ਯਾਨੀ ਕਿ ਤਾਨਾਸ਼ਾਹ ਸੁਣਿਆ ਹੈ ਵਰਡ? ਹਾਂਜੀ, ਕੀ ਹੁੰਦਾ ਮਤਲਬ?
ਠੀਕ ਹੈ, ਤੇ ਇਹੋ ਜਿਹੀ ਕਿਹੜੀ ਕੰਟਰੀ ਜਿੱਥੇ 1% ਰੂਲ ਚੱਲਦਾ ਹੈ? ਕਿਹੜੀ ਕੰਟਰੀ ਦੇ ਵਿੱਚ ਚੱਲ ਰਿਹਾ 1% ਰੂਲ? ਦੈਟ ਮੀਨਸ ਕਿ ਡਿਕਟੇਟਰਸ਼ਿਪ ਕਿੱਥੇ ਚੱਲ ਰਹੀ ਹੈ ਇਸ ਟਾਈਮ? ਕੋਈ ਗੱਲ ਨਹੀਂ, ਚਾਈਨਾ ਦੇ ਵਿੱਚ। ਠੀਕ ਹੈ, ਚਾਈਨਾ ਦੇ ਵਿੱਚ 1% ਰੂਲ ਹੈਗਾ ਵਾ। ਸੋ ਅੱਛਾ ਸੀ ਲਵਪ੍ਰੀਤ ਤੁਹਾਡਾ ਆਨਸਰ। ਅਸੀਂ ਕਰ ਰਹੇ ਸੀ ਸੈਪਰੇਸ਼ਨ ਆਫ ਪਾਵਰ। ਪਾਵਰ ਨੂੰ ਨਾ ਮਤਲਬ ਕਿ ਸਾਰੀ ਜਗ੍ਹਾ ਦੇ ਉੱਤੇ ਸਪਰੈਡ ਕਰਨਾ ਚਾਹੀਦਾ ਹੈਗਾ। ਸ਼ਕਤੀਆਂ ਦੀ ਜਿਹੜੀ ਵੰਡ ਹੈਗੀ ਉਹ ਕਰਨੀ ਚਾਹੀਦੀ ਹੈ। ਬਿਕੋਜ਼ ਅਗਰ 1% ਰੂਲ ਹੋਏਗਾ ਨਾ ਤਾਂ ਉਹ ਤਾਂ ਆਪਣੇ ਬਿਹਾਫ ਦੇ ਉੱਤੇ ਕੋਈ ਵੀ ਰੂਲ ਬਣਾਏਗਾ ਫਟਾਫਟ ਇੰਪਲੀਮੈਂਟ ਕਰ ਦੇਗਾ। ਮਤਲਬ ਸੋਚਣ ਦੇ ਲਈ ਉਹ ਜ਼ਿਆਦਾ ਨਹੀਂ ਕਿਸੇ ਚੀਜ਼ ਬਾਰੇ ਸੋਚਦਾ। ਅਗਰ ਉਹ ਕੋਈ ਰੂਲ ਬਣਾਉਂਦਾ ਹੈ, ਹੋ ਸਕਦਾ ਉਹ ਰੂਲ ਜਨਤਾ ਦੇ ਲਈ ਹਾਰਮ ਹੋਣ, ਨੁਕਸਾਨਦਾਇਕ ਹੋਣ। ਸੋ ਕਹਿੰਦੇ ਕਿ ਜਿਹੜੀਆਂ ਪਾਵਰਸ ਹੈਗੀਆਂ ਨੇ ਇਹਨਾਂ ਨੂੰ ਡਿਸਟ੍ਰੀਬਿਊਟ ਕਰ ਦੇਣਾ ਚਾਹੀਦਾ ਹੈਗਾ ਵਾ। ਕਹਿੰਦੇ ਅਕਸਰ ਹੀ ਅਸੀਂ ਦੇਖਦੇ ਹੈਗੇ ਆ ਜਿਹੜੀਆਂ ਪਾਵਰ ਹੁੰਦੀਆਂ ਨੇ ਉਹ ਡਿਫਰੈਂਟ ਪਾਰਟ ਦੇ ਵਿੱਚ ਡਿਵਾਈਡ ਕੀਤੀਆਂ ਹੁੰਦੀਆਂ ਨੇ। ਠੀਕ ਹੈ, ਜਿਹੜੀਆਂ ਪਾਵਰਸ ਹੁੰਦੀਆਂ ਨੇ ਕਹਿੰਦੇ ਉਹ ਜਿਹੜੀਆਂ ਪਾਵਰ ਹੈ ਲੈਜਿਸਲੇਚਰ ਕੋਲ ਵੀ ਹੁੰਦੀਆਂ ਨੇ, ਐਗਜ਼ੀਕਿਊਟਿਵ ਦੇ ਕੋਲ ਵੀ ਹੁੰਦੀਆਂ ਨੇ, ਨਾਲ ਦੇ ਨਾਲ ਜੁਡੀਸ਼ਰੀ ਸਿਸਟਮ ਦੇ ਕੋਲ ਵੀ ਹੁੰਦੀਆਂ ਨੇ, ਤੇ ਸਾਰੇ ਇੱਕ ਦੂਸਰੇ ਦੇ ਉੱਤੇ ਹਾਵੀ ਹੁੰਦੇ ਨੇ। ਠੀਕ ਹੈ, ਇੱਕ ਤਾਂ ਪਾਵਰ ਇਸ ਤਰੀਕੇ ਦੇ ਨਾਲ ਡਿਵਾਈਡ ਹੋ ਗਈ। ਦੂਸਰਾ ਹੈਗਾ ਜਿਹੜੀਆਂ ਪਾਵਰ ਹੈਗੀਆਂ PM CM, ਠੀਕ ਹੈ, MLA ਤੋਂ ਲੋਕਲ ਲੈਵਲ ਮਿਨਿਸਟਰਸ ਜਿੱਦਾਂ ਸਾਡੇ ਹੋ ਗਏ ਪੰਚ ਸਰਪੰਚ, ਇਹਨਾਂ ਦੇ ਵਿੱਚ ਵੀ ਪਾਵਰ ਜਿਹੜੀਆਂ ਹੈਗੀਆਂ ਡਿਸਟ੍ਰੀਬਿਊਟ ਕਰਨੀਆਂ ਚਾਹੀਦੀਆਂ ਨੇ। 1% ਰੂਲ ਨਹੀਂ ਹੋਣਾ ਚਾਹੀਦਾ। ਨੈਕਸਟ ਹੈ ਜੀ ਤੁਹਾਡਾ, ਅਸੀਂ ਕਰ ਰਹੇ ਹਾਂ ਸੇਫਗਾਰਡ ਆਫ ਲਿਬਰਟੀ। ਨੈਕਸਟ ਹੈ ਇੰਡੀਪੈਂਡੈਂਟ ਜੁਡੀਸ਼ਰੀ। ਕਹਿੰਦੇ ਕਿ ਇੰਡੀਪੈਂਡੈਂਟ ਜੁਡੀਸ਼ਰੀ ਮਤਲਬ ਸਵਤੰਤਰ ਨਿਆਂਪਾਲਿਕਾ। ਕਹਿੰਦੇ ਕਿ ਜਿਹੜੀ ਤੁਹਾਡਾ ਜੁਡੀਸ਼ਰੀ ਸਿਸਟਮ ਹੈ ਨਾ ਉਹ ਫਰੀडम ਚ ਹੋਣਾ ਚਾਹੀਦਾ ਹੈ। ਠੀਕ ਹੈ, ਉਸਨੂੰ ਕਿ ਉਹ ਫੇਅਰਲੈਸ ਹੋਣਾ ਚਾਹੀਦਾ ਹੈ, ਮਤਲਬ ਉਹਨੂੰ ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ। ਦੂਜਾ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਹੈਗਾ। ਕਹਿੰਦੇ ਜੇ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਅਸੀਂ ਕਹਿੰਦੇ ਆ ਕਿ ਜੁਡੀਸ਼ਰੀ ਸਿਸਟਮ ਇੰਡੀਪੈਂਡੈਂਟ ਰਵੇ, ਕਹਿੰਦੇ ਇਹਦਾ ਮਤਲਬ ਅਸੀਂ ਇਹ ਕਹਿ ਰਹੇ ਹੈਗੇ ਕਿ ਜੱਜ ਕਿਸੇ ਦੇ ਅੰਡਰ ਰਹਿ ਕੇ ਕੰਮ ਨਾ ਕਰੇ। ਠੀਕ ਹੈ, ਜਿਹੜੇ ਸਾਡੇ ਜੱਜ ਵਗੈਰਾ ਹੁੰਦੇ ਆ ਅਗਰ ਉਹੀ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨਗੇ, ਤੁਸੀਂ ਖੁਦ ਹੀ ਮੰਨ ਕੇ ਚੱਲੋ ਕਿ ਸਾਡੇ ਲਈ ਤਾਂ ਕੋਈ ਸੇਫ ਚੀਜ਼ ਰਹੀ ਨਹੀਂ, ਹੈ ਨਾ। ਤੋ ਜੱਜ ਜਿਹੜੇ ਹੁੰਦੇ ਆ ਕਹਿੰਦੇ ਆਲਰੇਡੀ ਉਹਨਾਂ ਦੀਆਂ ਬਹੁਤ ਸੈਲਰੀ ਹੁੰਦੀਆਂ ਨੇ, ਪੈਨਸ਼ਨ ਉਹਨਾਂ ਦੀਆਂ ਬਹੁਤ ਹੁੰਦੀਆਂ ਨੇ, ਫੈਸਿਲਿਟੀ ਉਹਨਾਂ ਨੂੰ ਬਹੁਤ ਦਿੱਤੀ ਜਾਂਦੀ ਹੈ। ਤੁਸੀਂ ਦੇਖੋ ਅਗਰ ਉਹ ਬਿਮਾਰ ਹੋ ਜਾਂਦੇ ਆ, ਕੋਈ ਮੈਡੀਕਲ ਦਾ ਖਰਚਾ ਉਹਨਾਂ ਦੇ ਨਹੀਂ ਹੈਗਾ। ਅਗਰ ਉਹਨਾਂ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਵਾ, ਕੋਈ ਪੈਟਰੋਲ ਦਾ ਖਰਚਾ ਨਹੀਂ ਹੈ। ਸਪੈਸ਼ਲ ਉਹਨਾਂ ਨੂੰ ਹਾਊਸ ਪ੍ਰੋਵਾਈਡ ਕੀਤੇ ਜਾਂਦੇ ਆ। ਅਗਰ ਰੈਨੋਵੇਸ਼ਨ ਕਰਵਾਉਣੀ ਹੈਗੀ ਹਾਊਸ ਦੀ, ਸਪੈਸ਼ਲ ਉਹਨਾਂ ਦੇ ਲਈ ਉਹਨਾਂ ਨੂੰ ਪੈਸਾ ਦਿੱਤਾ ਜਾਂਦਾ ਵਾ। ਪੈਨਸ਼ਨ ਉਹਨਾਂ ਨੂੰ ਹੱਦ ਤੋਂ ਜ਼ਿਆਦਾ ਦਿੱਤੀ ਜਾਂਦੀ, ਉੱਪਰੋਂ ਤਾਂ ਚਲੋ ਜਿਹੜੇ ਕਮਾਉਂਦੇ ਹੀ ਆ। ਸੋ ਕਹਿੰਦੇ ਕਿ ਜਿਹੜਾ ਇੰਡੀਪੈਂਡੈਂਟ ਜੁਡੀਸ਼ਰੀ ਹੋਣੀ ਚਾਹੀਦੀ ਹੈ, ਜੱਜ ਕਿਸੇ ਦੇ ਅੰਡਰ ਨਹੀਂ ਹੋਣਾ ਚਾਹੀਦਾ, ਬਿਕੋਜ਼ ਫਿਰ ਤੋਂ ਫਰੀडम ਮਿਲਣੀ ਹੀ ਨਹੀਂ ਹੈ। ਠੀਕ ਹੈ ਨਾ। ਸੋ ਕਹਿੰਦੇ ਕਿ ਉਹ ਪੂਰੀ ਤਰ੍ਹਾਂ ਇੱਕ ਕਹਿ ਲੋ ਕਿ ਓਨੈਸਟ ਪਰਸਨ ਹੋਣਾ ਚਾਹੀਦਾ ਵਾ, ਓਨੈਸਟ ਪਰਸਨ ਹੋਣਾ ਚਾਹੀਦਾ ਵਾ। ਨੈਕਸਟ ਰੂਲ ਆਫ ਲਾ। ਕਹਿੰਦੇ ਕਾਨੂੰਨ ਦਾ ਸ਼ਾਸਨ। ਕਹਿੰਦੇ ਕਿ ਰੂਲ ਆਫ ਲਾ ਹੋਣਾ ਚਾਹੀਦਾ ਵਾ, ਮਤਲਬ ਕਿ ਕਾਨੂੰਨ ਦਾ ਸ਼ਾਸਨ ਹਰੇਕ ਜਗ੍ਹਾ ਹੋਣਾ ਚਾਹੀਦਾ ਹੈ। ਮਤਲਬ ਕਿ ਲਾ ਦੇ ਬੇਸਿਸ ਦੇ ਉੱਤੇ ਸਾਰੇ ਇਕੁਅਲ ਨੇ, ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਹੈਗਾ ਵਾ। ਹੁਣ ਤੁਸੀਂ ਮੰਨ ਕੇ ਚੱਲੋ ਇੰਗਲੈਂਡ ਦੇ ਵਿੱਚ ਰੂਲ ਆਫ ਲਾ ਕਿਸ ਤਰ੍ਹਾਂ ਦਾ ਹੈਗਾ ਵਾ, ਕੋਈ ਕਨਸਟੀਟਿਊਸ਼ਨ ਨਹੀਂ ਆ ਇੰਗਲੈਂਡ ਦੇ ਵਿੱਚ। ਠੀਕ ਹੈ, ਸ਼ਾਇਦ ਮੈਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇੰਗਲੈਂਡ ਦੇ ਵਿੱਚ ਰਿਟਨ ਬੇਸ ਦੇ ਉੱਤੇ ਕੋਈ ਕਨਸਟੀਟਿਊਸ਼ਨ ਨਹੀਂ ਹੈ। ਅਗਰ ਕੋਈ ਰੂਲ ਬਣਦਾ ਹੈ ਉਹ ਜਸਟ ਇੱਕ ਚਾਰਟ ਤੇ ਬਣ ਜਾਂਦਾ ਵਾ, ਇੱਕ ਪੇਪਰ ਤੇ ਬਣ ਜਾਂਦਾ ਹੈਗਾ, ਵੱਧ ਤੋਂ ਵੱਧ ਇੱਕ ਫਾਈਲ ਦੇ ਵਿੱਚ ਬਣ ਜਾਂਦਾ ਵਾ। ਅਦਰਵਾਈਜ਼ ਉੱਥੋਂ ਪੂਰਾ ਦਾ ਪੂਰਾ ਕਨਸਟੀਟਿਊਸ਼ਨ ਇੱਕ ਮਤਲਬ ਰਾਈਟਰ ਨੇ ਲਿਖਿਆ ਵੀ ਸੀਗਾ, ਕਹਿੰਦੇ ਅਗਰ ਤੁਸੀਂ ਜਾ ਕੇ ਉੱਥੇ ਕਿਸੇ ਸ਼ਾਪ ਦੇ ਵਿੱਚ ਜਿੱਥੇ ਬੁੱਕਸ ਵਗੈਰਾ ਮਿਲਦੀਆਂ ਨੇ, ਸ਼ਾਪ ਦੇ ਵਿੱਚ ਜਾ ਕੇ ਅਗਰ ਤੁਸੀਂ ਕਨਸਟੀਟਿਊਸ਼ਨ ਦੀ ਬੁੱਕ ਮੰਗਦੇ ਹੋ ਨਾ ਇੰਗਲੈਂਡ ਦੇ ਵਿੱਚ, ਤਾਂ ਉਹ ਹੱਸ ਕੇ ਸਾਰ ਦਿੰਦਾ ਹੈ, ਬਿਕੋਜ਼ ਉਹਨਾਂ ਦੇ ਕੋਲ ਕਨਸਟੀਟਿਊਸ਼ਨ ਨਾਲ ਰਿਲੇਟਡ ਕੋਈ ਵੀ ਬੁੱਕ ਨਹੀਂ ਹੈਗੀ। ਫਿਰ ਵੀ ਇੰਗਲੈਂਡ ਦੇ ਵਿੱਚ ਸਿਸਟਮ ਅੱਛਾ ਚੱਲ ਰਿਹਾ ਵਾ, ਸਾਡੇ ਕੋਲ ਪੂਰਾ ਦਾ ਪੂਰਾ ਗ੍ਰੰਥ ਪਿਆ ਵਾ ਉਹਦਾ, ਹੈ ਨਾ। ਕਿਸੇ ਨੂੰ ਸਮਝ ਆ ਰਿਹਾ ਹੈ, ਕਿਸੇ ਨੂੰ ਸਮਝ ਹੀ ਨਹੀਂ ਆ ਰਿਹਾ, ਲੇਕਿਨ ਇੱਥੇ ਰੂਲ ਸਿਸਟਮ ਅੱਛੇ ਤਰੀਕੇ ਨਾਲ ਨਹੀਂ ਚੱਲ ਰਿਹਾ। ਗੱਲ ਕੀ ਹੈਗੀ ਆ, ਇੱਥੋਂ ਦੀ ਸਟੱਡੀ, ਇੱਥੋਂ ਦੇ ਲੋਕ, ਇੱਥੋਂ ਦਾ ਨੇਚਰ, ਇੱਥੋਂ ਦਾ ਕਲਚਰ ਸਭ ਇਫੈਕਟ ਕਰਦਾ ਹੈਗਾ ਵਾ। ਸੋ ਅਸੀਂ ਇਹ ਚੀਜ਼ ਬੋਲਣੀ ਹੈ ਕਿ ਰੂਲ ਆਫ ਲਾ ਏਦਾਂ ਨਾ ਹੋਣਾ ਚਾਹੀਦਾ ਵਾ ਜਿਹੜੀ ਸਾਡੀ ਫਰੀडम ਨੂੰ ਕਿਸੇ ਵੀ ਤਰੀਕੇ ਨਾਲ ਕੋਈ ਵੀ ਨੁਕਸਾਨ ਨਾ ਪਹੁੰਚਾਵੇ। ਇੰਗਲੈਂਡ ਦੇ ਵਿੱਚ ਵੀ ਪਾਰਲੀਮੈਂਟ ਫਾਰਮ ਆਫ ਸਿਸਟਮ ਆ, ਸਾਡੇ ਇੱਥੇ ਵੀ ਪਾਰਲੀਮੈਂਟ ਫਾਰਮ ਆਫ ਸਿਸਟਮ ਆ, ਲੇਕਿਨ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਆ, ਲੇਕਿਨ ਇੰਗਲੈਂਡ ਦੇ ਵਿੱਚ ਇਹੀ ਸਿਸਟਮ ਅੱਛੇ ਤਰੀਕੇ ਨਾਲ ਚੱਲ ਰਿਹਾ, ਜਦਕਿ ਉਹਨਾਂ ਕੋਲ ਰਿਟਨ ਬੇਸ ਦੇ ਉੱਤੇ ਕੋਈ ਕਨਸਟੀਟਿਊਸ਼ਨ ਨਹੀਂ ਹੈ। ਸਾਡੇ ਕੋਲ ਰਿਟਨ ਬੇਸ ਦੇ ਉੱਤੇ ਇੰਨਾ ਵੱਡਾ ਕਨਸਟੀਟਿਊਸ਼ਨ ਹੈਗਾ ਵਾ ਕਿ ਪੂਰਾ ਦਾ ਪੂਰਾ ਗ੍ਰੰਥ ਹੈਗਾ ਵਾ, ਫਿਰ ਵੀ ਇੱਥੇ ਸਿਸਟਮ ਨਹੀਂ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਵਾ।
ਸੋ ਕਹਿੰਦੇ ਕਿ ਇਹ ਮਤਲਬ ਏਦਾਂ ਦਾ ਸਿਸਟਮ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਚਲੋ ਤੁਸੀਂ ਇਹ ਤਾਂ ਨਹੀਂ ਲਿਖਣਾ ਹੈਗਾ ਕਿ ਇੱਥੇ ਵਧੀਆ ਚੱਲ ਰਿਹਾ ਉੱਥੇ ਘਟੀਆ ਚੱਲ ਰਿਹਾ, ਜਸਟ ਤੁਸੀਂ ਇੰਨਾ ਕੁ ਲਿਖਣਾ ਹੈਗਾ ਵਾ ਕਿ ਇੰਗਲੈਂਡ ਦੇ ਵਿੱਚ ਕੋਈ ਰਿਟਨ ਕਨਸਟੀਟਿਊਸ਼ਨ ਨਹੀਂ ਹੈਗਾ, ਬਟ ਫਿਰ ਵੀ ਉੱਥੇ ਸਾਰੇ ਤਰ੍ਹਾਂ ਦਾ ਜਿਹੜਾ ਸਿਸਟਮ ਹੈਗਾ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਵਾ। ਕਹਿੰਦੇ ਉੱਥੇ ਇੱਕ ਨਾਗਰਿਕ ਯਾਨੀ ਕਿ ਇੱਕ ਸਿਵਲ ਪਰਸਨ ਤੋਂ ਲੈ ਕੇ ਕਹਿੰਦੇ ਕਿ ਇੱਕ ਲੀਡਰ ਤੱਕ ਸਾਰੇ ਦੇ ਸਾਰੇ ਇਕੁਅਲ ਹੈਗੇ ਨੇ। ਕਹਿੰਦੇ ਇਹੋ ਜਿਹਾ ਸਿਸਟਮ ਜਿਹੜਾ ਹੈਗਾ ਵਾ ਹਰ ਜਗ੍ਹਾ ਤੇ ਹੋਣਾ ਚਾਹੀਦਾ ਵਾ। ਮੈਂ ਕਹਿ ਦਵਾਂ ਜੀ ਲੀਡਰ ਦੇ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦੇਣੀ ਹੈਗੀ, ਤੇ ਨਾਰਮਲ ਇਨਸਾਨ ਦੇ ਬੱਚੇ ਨੂੰ ਤੁਸੀਂ ਸਜ਼ਾ ਦੇ ਦੇਣੀ ਹੈਗੀ ਆ। ਏਦਾਂ ਦਾ ਕੋਈ ਸਿਸਟਮ ਨਹੀਂ ਹੋਣਾ ਚਾਹੀਦਾ। ਰੂਲ ਆਫ ਲਾ ਦਾ ਮਤਲਬ ਹੈਗਾ ਕਾਨੂੰਨ ਦੀ ਨਜ਼ਰ ਦੇ ਵਿੱਚ ਸਾਰੇ ਇੱਕੋ ਜਿਹੇ ਨੇ, ਚਾਹੇ ਉਹ ਲੀਡਰ ਆ ਚਾਹੇ ਉਹ ਭਿਖਾਰੀ ਆ, ਠੀਕ ਹੈ, ਬੈਗਰ ਆ। ਉਸ ਤੋਂ ਬਾਅਦ ਹੈਗਾ ਐਬਸੈਂਸ ਆਫ ਸਪੈਸ਼ਲ ਪ੍ਰੋਵੀਜ਼ਨਸ। ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ ਕਿ ਸਪੈਸ਼ਲ ਤਰ੍ਹਾਂ ਦੇ ਰਾਈਟਸ ਨਹੀਂ ਹੋਣੇ ਚਾਹੀਦੇ ਕਿਸੇ ਦੇ ਲਈ, ਠੀਕ ਹੈ। ਕਹਿੰਦੇ ਕਿ ਹਰ ਤਰ੍ਹਾਂ ਦੇ ਲੋਕਾਂ ਦੇ ਲਈ ਇੱਕੋ ਜਿਹੇ ਰਾਈਟ ਹੋਣੇ ਚਾਹੀਦੇ ਆ, ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਔਨ ਦਾ ਬੇਸਿਸ ਆਫ ਦਾ ਕਾਸਟ, ਕਲਰ, ਕ੍ਰੀਡ, ਠੀਕ ਹੈ। ਕਿਸੇ ਤਰ੍ਹਾਂ ਦਾ ਕੋਈ ਮਤਲਬ ਇਹ ਕਹਿਣਾ ਕਿ ਇਹ ਉੱਚੀ ਕਾਸਟ ਦਾ ਹੈ, ਨੀਵੀਂ ਕਾਸਟ ਦਾ ਹੈ, ਕਾਲਾ ਹੈ, ਗੋਰਾ ਹੈ, ਇਹਨੂੰ ਸਪੈਸ਼ਲ ਰਾਈਟਸ ਦੇ ਦਿਓ, ਏਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ। ਇਕੁਐਲਿਟੀ ਹੋਣੀ ਚਾਹੀਦੀ ਹੈ। ਇਕੁਐਲਿਟੀ ਹੈ ਤਾਂ ਹੀ ਤੁਹਾਡੀ ਫ੍ਰੀडम ਜਿਹੜੀ ਹੈਗੀ ਉਹ ਸੇਫ ਰਹਿ ਪਾਏਗੀ। ਉਸ ਤੋਂ ਬਾਅਦ ਡੀਸੈਂਟਰਲਾਈਜੇਸ਼ਨ ਆਫ ਦਾ ਅਥਾਰਟੀ। ਕਹਿੰਦੇ ਸ਼ਕਤੀਆਂ ਦਾ ਵਿਕੇਂਦਰੀਕਰਨ, ਸੇਮ ਪੁਆਇੰਟ ਹੀ ਹੈਗਾ ਵਾ। ਕਹਿੰਦੇ ਸ਼ਕਤੀਆਂ ਜਿਹੜੀਆਂ ਹੈਗੀਆਂ ਡਿਸਟ੍ਰੀਬਿਊਟ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਅੱਪਰ ਤੋਂ ਲੈ ਕੇ ਲੋਅਰ ਲੈਵਲ ਦੇ ਪਰਸਨ ਤੱਕ। ਉਸ ਤੋਂ ਬਾਅਦ ਹੈਗਾ ਇਕਨੋਮਿਕ ਸਿਕਿਉਰਿਟੀ। ਇਕਨੋਮਿਕ ਸਿਕਿਉਰਿਟੀ ਦਾ ਮਤਲਬ ਸ਼ਾਇਦ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ ਕਿ ਇਕਨੋਮਿਕ ਠੀਕ ਹੈ, ਆਰਥਿਕ। ਸਿਕਿਉਰਿਟੀ ਦਾ ਮਤਲਬ ਇਹੀ ਸਮਝਣਾ ਵਾ ਜਿੱਥੇ ਵਰਡ ਆ ਜਾਂਦਾ ਹੈ ਸਿਕਿਉਰਿਟੀ, ਠੀਕ ਹੈ, ਉੱਥੇ ਤੁਸੀਂ ਮਤਲਬ ਇਹ ਸਮਝਣਾ ਹੈਗਾ ਵਾ ਇਕਨੋਮਿਕ ਸਿਕਿਉਰਿਟੀ ਹੈਗੀ ਤੇਰਾ ਮਤਲਬ ਹੈਗਾ ਕਿ ਜਨਤਾ ਦੀ ਸੇਵਾ ਕਰਨੀ, ਠੀਕ ਹੈ। ਮਤਲਬ ਲੋਕ ਜਿਹੜੇ ਹੈਂਡੀਕੈਪ ਪਰਸਨ ਨੇ, ਪੂਅਰ ਪਰਸਨ ਨੇ, ਦੈਨ ਜਿਹੜੇ ਆਪਣੇ ਆਪ ਨੂੰ ਖੁਦ ਨਹੀਂ ਪ੍ਰੋਟੈਕਟ ਰੱਖ ਪਾ ਰਹੇ, ਜਿਹੜੇ ਪੂਅਰ ਪੀਪਲ ਹੈਗੇ ਨੇ, ਉਹਨਾਂ ਦੀ ਫੈਸਿਲਿਟੀ ਦੇ ਲਈ ਕੰਮ ਕਰਨਾ, ਉਹਨੂੰ ਬੋਲਦੇ ਇਕਨੋਮਿਕ ਸਿਕਿਉਰਿਟੀ। ਯਾਨੀ ਕਿ ਇਕਨੋਮਿਕ ਬੇਸ ਤੇ ਬੰਦੇ ਨੂੰ ਥੋੜੀ ਜਿਹੀ ਸਿਕਿਉਰਿਟੀ ਦੇ ਦੋ, ਠੀਕ ਹੈ, ਕਿ ਨਹੀਂ ਤੂੰ ਪ੍ਰੋਟੈਕਟ ਆ, ਤੂੰ ਪੂਅਰ ਆ, ਦੈਨ ਤੈਨੂੰ ਫੈਸਿਲਿਟੀ ਦਿੱਤੀ ਜਾਏਗੀ, ਤੂੰ ਹੈਂਡੀਕੈਪ ਹੈ ਤੈਨੂੰ ਫੈਸਿਲਿਟੀ ਦਿੱਤੀ ਜਾਏਗੀ, ਤੂੰ ਅਨਇੰਪਲੋਏ ਹੈ ਤੈਨੂੰ ਫੈਸਿਲਿਟੀ ਦਿੱਤੀ ਜਾਏਗੀ, ਤੂੰ ਰਿਚ ਨਹੀਂ ਹੈ ਦੈਨ ਤੈਨੂੰ ਫੈਸਿਲਿਟੀ ਦਿੱਤੀ ਜਾਏਗੀ। ਐਟਲੀਸਟ ਉਸ ਪਰਸਨ ਦੀਆਂ ਜੋ ਬੇਸਿਕ ਨੀਡਸ ਨੇ, ਫੋਰ ਐਗਜ਼ਾਮਪਲ ਫੂਡ, ਸ਼ੈਲਟਰ ਐਂਡ ਕਲੋਥ, ਦੈਨ ਉਸਨੂੰ ਕੀ ਕੀਤਾ ਜਾਏਗਾ, ਉਸਨੂੰ ਫੁਲਫਿਲ ਕੀਤਾ ਜਾਏਗਾ, ਠੀਕ ਹੈ। ਸੋ ਉਸਨੂੰ ਬੋਲਿਆ ਜਾਂਦਾ ਇਕਨੋਮਿਕ ਸਿਕਿਉਰਿਟੀ। ਕਦੇ ਕਨਫਿਊਜ਼ ਨਾ ਹੋਣਾ ਵੀ ਮੈਨੂੰ ਇਕਨੋਮਿਕ ਤੋਂ ਠੀਕ ਹੈ, ਸਿਕਿਉਰਿਟੀ ਕੀ ਆ ਜਾਣੀ। ਯਾਦ ਰੱਖਣਾ ਹੈਗਾ ਇਹ ਦੋਵੇਂ ਵਰਡ ਬੜੇ ਨਾਲ ਦੇ ਵਰਡ ਹੈਗੇ ਨੇ। ਇਕਨੋਮਿਕ ਬੇਸ ਦੇ ਉੱਤੇ ਕਿਸੇ ਨੂੰ ਸਿਕਿਉਰ ਕਰ ਦੇਣਾ ਮਤਲਬ ਜੋ ਪਰਸਨ ਆਪਣੀ ਇਕਨੋਮਿਕ ਕੰਡੀਸ਼ਨ ਨੂੰ ਆਪ ਨਹੀਂ ਫੁਲਫਿਲ ਕਰ ਰਿਹਾ ਹੈਗਾ, ਦੈਨ ਉਹਨੂੰ ਸਿਕਿਉਰਿਟੀ ਦੇਣਾ ਗਵਰਨਮੈਂਟ ਦੇ ਵੱਲੋਂ, ਠੀਕ ਹੈ। ਆਪਾਂ ਬੋਲਦੇ ਆ ਨਾ 올ਡ ਪਰਸਨ ਹੈਗੇ ਆ ਤਾਂ ਉਹਨਾਂ ਦੀ ਪੈਨਸ਼ਨ ਆ ਰਹੀ ਹੈਗੀ, ਹੈਂਡੀਕੈਪ ਪਰਸਨ ਹੈਗਾ ਤਾਂ ਮਹੀਨੇ ਦਾ 500 ਆ ਰਿਹਾ ਹੈਗਾ ਵਾ। ਅਗਰ ਵਿਡੋ ਹੈਗੀ ਮਤਲਬ ਵਿਡੋ ਹੈਗੀ ਆ ਕੋਈ ਪਰਸਨ, ਕੀ ਬੋਲਦੇ ਆ, ਵਿਧਵਾ ਹੈਗੀ ਆ ਕੋਈ ਪਰਸਨ, ਤਾਂ ਉਸਦੇ ਲਈ ਵੀ ਕੁਛ ਨਾ ਕੁਛ ਮਟੀਰੀਅਲ ਜਿਹੜਾ ਹੈਗਾ ਗਵਰਨਮੈਂਟ ਦੇ ਵੱਲੋਂ ਪ੍ਰੋਵਾਈਡ ਕੀਤਾ ਜਾਏਗਾ। ਸੋ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜੋ ਪਰਸਨ ਕੈਪੇਬਲ ਨਹੀਂ ਆ ਆਪਣੇ ਆਪ ਦੇ ਲਈ ਕੁਝ ਕਰਨ ਦੇ ਵਿੱਚ, ਦੈਨ ਗਵਰਨਮੈਂਟ ਵੱਲੋਂ ਜਦੋਂ ਉਹਨਾਂ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈਗੀ ਆ ਉਸਨੂੰ ਬੋਲਦੇ ਇਕਨੋਮਿਕ ਸਿਕਿਉਰਿਟੀ। ਫੋਰ ਐਗਜ਼ਾਮਪਲ 올ਡ ਏਜ ਹੋਮ ਬਣਾਏ ਜਾਂਦੇ ਹੈਗੇ ਆ ਨਾ, ਔਰਫਨਸ ਦੇ ਲਈ ਵੀ ਜਿਹੜੇ ਘਰ ਵਗੈਰਾ ਹੈਗੇ ਬਣਾਏ ਜਾਂਦੇ ਆ, ਇਸ ਤਰ੍ਹਾਂ, ਠੀਕ ਹੈ। ਨੈਕਸਟ ਪੁਆਇੰਟ ਹੈਗਾ ਓਨੈਸਟ ਐਂਡ ਫ੍ਰੀ ਪ੍ਰੈਸ। ਕਹਿੰਦੇ ਕਿ ਇਮਾਨਦਾਰ ਪ੍ਰੈਸ ਹੋਣੀ ਚਾਹੀਦੀ ਹੈ। ਇਮਾਨਦਾਰ ਪ੍ਰੈਸ ਪਤਾ ਨਹੀਂ ਕਿਉਂ ਲਿਖਤਾ, ਇਮਾਨਦਾਰ ਤਾਂ ਪ੍ਰੈਸ ਬਿਲਕੁਲ ਵੀ ਨਹੀਂ ਹੈਗੀ, ਚਲੋ ਕਹਿੰਦੇ ਹੋਣੀ ਚਾਹੀਦੀ ਹੈ। ਆਪਾਂ ਹੋਣ ਦੇ ਉੱਤੇ ਗੱਲ ਕਰਨੀ ਹੈ, ਠੀਕ ਹੈ, ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਦੈਨ ਤੁਹਾਡੀ ਫ੍ਰੀडम ਪ੍ਰੋਟੈਕਟ ਹੈਗੀ, ਅਦਰਵਾਈਜ਼ ਨਹੀਂ ਹੈਗੀ। ਜਿੱਦਾਂ ਉਹਨਾਂ ਨੇ ਲਿਖਿਆ ਪ੍ਰੈਸ ਜਿਹੜੀ ਆ ਓਨੈਸਟ ਹੋਣੀ ਚਾਹੀਦੀ ਹੈ, ਕਿਸੇ ਦੇ ਅੰਡਰ ਨਹੀਂ ਹੋਣੀ ਚਾਹੀਦੀ, ਫ੍ਰੀ ਪ੍ਰੈਸ ਹੋਣੀ ਚਾਹੀਦੀ ਹੈ, ਤਾਂ ਜੋ ਇਹ ਆਪਣੀ ਜਿਹੜੀ ਹੈਗੀ ਆ ਰਿਸਪੌਂਸਿਬਿਲਿਟੀ ਅੱਛੇ ਤਰੀਕੇ ਨਾਲ ਨਿਭਾ ਸਕੇ। ਹੁਣ ਮੈਂ ਕਹਾਂ ਜੀ ਜੇ ਮੈਨੂੰ 5 ਮਿੰਟ ਲਈ ਜੇ ਤੁਸੀਂ ਮੈਨੂੰ ਅਮੀਰ ਬਣਾ ਦਿਓ, ਠੀਕ ਹੈ, ਕਿ ਮੈਂ ਇੰਨੀ ਅਮੀਰ ਹਾਂ ਜੀ, ਅੱਜ ਤੱਕ ਦਾ ਪੂਰਾ ਚੈਨਲ ਹੀ ਮੇਰੇ ਕੋਲ ਆ, ਫਿਰ ਮੈਂ ਪਾਣੀ ਵੀ ਪੀਉਂਗੀ ਨਾ ਤਾਂ ਵੀ ਉਹ ਅੱਜ ਤੱਕ ਵਾਲੇ ਦਿਖਾਣਗੇ ਕਿ ਨਵਨੀਤ ਕੌਰ ਨੇ ਪੀਤਾ ਪਾਣੀ ਆਹ ਵਾਲੀ ਬੋਤਲ ਦੇ ਵਿੱਚੋਂ। ਦੇਖੋ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੇ ਪੀਤਾ ਪਾਣੀ। ਅਗਰ ਮੈਂ ਸੌਂਗੀ ਵੀ ਨਾ, ਉਹਨਾਂ ਨੇ ਇਹ ਵੀ ਬੋਲ ਦੇਣਾ ਇੰਨੇ ਤੋਂ ਇੰਨੇ ਟਾਈਮ ਤੱਕ ਸੌਂਦੀ ਹੈ, ਕਿਉਂਕਿ ਉਹ ਚੈਨਲ ਮੈਂ ਹਾਇਰ ਕੀਤਾ ਵਾ। ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਬੋਲਿਆ ਸੀ ਅਮਿਤਾਭ ਬੱਚਨ ਨੂੰ ਕਰੋਨਾ ਵਾ, ਨਾਨਾਵਤੀ ਹਸਪੀਟਲ ਦੇ ਵਿੱਚ ਉਹ ਐਡਮਿਟ ਹੈਗਾ। ਪੁੱਤਰ ਉਹ ਨਾਨਾਵਤੀ ਹਸਪੀਟਲ ਉਹਨਾਂ ਦਾ ਹੀ ਹੈ, ਤੇ ਬਾਅਦ ਵਿੱਚ ਉਹ ਵੀ ਤੂੰ ਬਿਮਾਰ ਪਰਸਨ ਹੈ, ਤੂੰ ਮਾੜਾ ਜਿਹਾ ਆਰਾਮ ਕਰ ਲਾ, ਤੇ ਜੇ ਸਪੀਚ ਦੇ ਰਿਹਾ ਹੈਗਾ ਵਾ ਕਿ ਹਸਪੀਟਲ ਬਹੁਤ ਅੱਛਾ ਹੈ, ਸਟਾਫ ਬਹੁਤ ਅੱਛਾ ਹੈ, ਉਹ ਤਾਂ ਸਾਨੂੰ ਪਤਾ ਹੀ ਹੈ, ਤੇਰਾ ਹੀ ਹਸਪੀਟਲ ਹੈ, ਤੂੰ ਤਾਰੀਫ ਤਾਂ ਕਰੇਗਾ ਹੀ ਨਾ। ਸੌਰੀ ਤੂੰ ਬੋਲ ਰਹੀ ਹੈ, ਤੁਸੀਂ ਬੋਲਣਾ ਚਾਹੀਦਾ ਸੀਗਾ, ਠੀਕ ਹੈ, ਗਲਤ ਲੈਂਗੁਏਜ ਹੈ।
तो ਕਹਿੰਦੇ ਕਿ ਉਹਨਾਂ ਨੇ ਤਾਰੀਫ ਤਾਂ ਕਰਨੀ ਸੀ ਨਾ, ਬਿਕੋਜ਼ ਉਹਨਾਂ ਦਾ ਹਸਪੀਟਲ ਸੀਗਾ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨਾ ਭਿਆਨਕ ਜੇ ਕੰਮ ਜਿਹੜੇ ਹੈਗੇ ਉਹ ਬਹੁਤ ਕਰਦੇ ਆ। ਕਿਉਂ ਕਰਦੇ ਹੈਗੇ ਆ? ਬਿਕੋਜ਼ ਉਹਨਾਂ ਨੂੰ ਇਹ ਚੀਜ਼ਾਂ ਪਤਾ ਹੈਗੀਆਂ ਕਿ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਨਾ, ਮੈਨੂੰ ਕਿਆ ਮਿਲੇਗਾ, ਲੋਕਾਂ ਪਬਲਿਕ ਦੀ ਅਟਰੈਕਸ਼ਨ ਮਿਲਣੀ ਸਟਾਰਟ ਹੋ ਜਾਏਗੀ। ਠੀਕ ਹੈ। ਸੋ ਜਿਹੜੀ ਪ੍ਰੈਸ ਹੈਗੀ ਆ ਨਾ, ਉਹ ਕਿਸੇ ਦੇ ਅੰਡਰ ਨਹੀਂ ਹੋਣੀ ਚਾਹੀਦੀ। ਪ੍ਰੈਸ ਪੂਰੀ ਤਰ੍ਹਾਂ ਫ੍ਰੀडम ਚ ਹੋਣੀ ਚਾਹੀਦੀ ਹੈ। ਉਸਨੂੰ ਉਹੀ ਦਿਖਾਣਾ ਚਾਹੀਦਾ ਹੈ ਜੋ ਰਿਐਲਿਟੀ ਹੈ। ਅਦਰਵਾਈਜ਼ ਉਸਨੂੰ ਹੋਰ ਕੋਈ ਨਿਊਜ਼ ਜਿਹੜੀ ਹੈਗੀ ਆ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਨਹੀਂ ਕਰਨੀ ਚਾਹੀਦੀ। ਠੀਕ ਹੈ। ਬਿਕੋਜ਼ ਅਸੀਂ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਨਹੀਂ ਦੇਖ ਸਕਦੇ ਕਿਆ ਰਾਈਟ ਹੈ ਕਿਆ ਰੋਂਗ ਹੈ। ਜੋ ਸਾਨੂੰ ਮੀਡੀਆ ਦਿਖਾਉਂਦਾ ਹੈ ਅਸੀਂ ਉਸਨੂੰ ਹੀ ਰਾਈਟ ਔਰ ਰੋਂਗ ਮੰਨਦੇ ਹਾਂ। ਓਕੇ ਬੇਟਾ। ਨੈਕਸਟ ਹੈਗਾ ਵੈਲ ਆਰਗੇਨਾਈਜ਼ਡ ਪੋਲੀਟੀਕਲ ਪਾਰਟੀ। ਕਹਿੰਦੇ ਠੀਕ ਸੰਗਠਿਤ ਰਾਜਨੀਤਿਕ ਦਲ। ਕਹਿੰਦੇ ਕਿ ਜਿਹੜੀਆਂ ਸਾਡੀਆਂ ਪੋਲੀਟੀਕਲ ਜਿਹੜੀਆਂ ਹੈਗੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਵੈਲ ਆਰਗੇਨਾਈਜ਼ਡ ਹੋਣੀਆਂ ਚਾਹੀਦੀਆਂ, ਮਤਲਬ ਠੀਕ ਸੰਗਠਿਤ ਹੋਣੀਆਂ ਚਾਹੀਦੀਆਂ ਨੇ। ਕਹਿੰਦੇ ਕਿ ਇਹਦੇ ਵਿੱਚ ਕਹਿੰਦੇ ਕਿ ਮੈਂ ਇਹ ਚੀਜ਼ ਜਦੋਂ ਬੋਲੀ ਕਿ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ ਵੈਲ ਆਰਗੇਨਾਈਜ਼ਡ ਹੋਣੀਆਂ ਚਾਹੀਦੀਆਂ, ਉਹਦਾ ਮਤਲਬ ਇਹ ਹੈਗਾ ਕਿ ਪੋਲੀਟੀਕਲ ਪਾਰਟੀ ਦੇ ਆਪਣੇ ਹੀ ਪਰਸਨ ਜਿਹੜੇ ਹੈਗੇ ਆ ਉਹੀ ਪਾਰਟੀ ਦੇ ਨਾਲ ਕੋਈ ਖਰਾਬੀ ਨਾ ਕਰਨ। ਠੀਕ ਹੈ। ਦੂਸਰਾ ਹੈਗਾ ਵਾ ਸਾਡੀ ਜਿਹੜੀ ਆਪੋਜੀਸ਼ਨ ਪਾਰਟੀ ਹੈਗੀ ਆ ਉਹ ਅੱਛੇ ਤਰੀਕੇ ਦੀ ਹੋਣੀ ਚਾਹੀਦੀ ਆ। ਅੱਛਾ, ਸਾਡੇ ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਨੇ, ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪੋਜੀਸ਼ਨ ਪਾਰਟੀ ਕਿਹੜੀ ਹੈ? ਵਿਰੋਧੀ ਪਾਰਟੀ ਕਿਹੜੀ ਹੈ? ਅਕਾਲੀ। ਠੀਕ ਹੈ। ਅਕਾਲੀ ਦਲ ਕਿੰਨਾ ਰਲਿਆ ਹੋਇਆ ਵਾ? ਭਾਜਪਾ ਦੇ ਨਾਲ। ਠੀਕ ਹੈ। ਬੀਜੇਪੀ ਦੇ ਨਾਲ, ਬਹੁਜਨ ਸਮਾਜ ਪਾਰਟੀ ਤੋਂ ਭਾਜਪਾ ਦੇ ਨਾਲ ਰਲਿਆ ਹੋਇਆ ਵਾ। ਕਹਿੰਦੇ ਸਾਡੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵੀ ਹੈਗੀਆਂ ਨੇ ਨਾ, ਅਗਰ ਸਮ ਟਾਈਮ ਅਗਰ ਕੁਝ ਅਸੀਂ ਅੱਛਾ ਵੀ ਕਰਦੇ ਹੈਗੇ ਆ ਤਾਂ ਉਹਨਾਂ ਦੇ ਵਿੱਚ ਵੀ ਉਹ ਰੋਕਾਂ ਲਗਾਉਂਦੀ ਹੈਗੀ। ਐਗਜ਼ਾਮਪਲ ਦੇ ਤੌਰ ਤੇ ਹੁਣ ਜਿਹੜੀ ਮੈਂ ਚੀਜ਼ ਕਹੂੰਗੀ ਰਾਈਟ ਡਾਊਨ ਕਰ ਲੈਣਾ ਤੇ ਪੇਪਰ ਦੇ ਵਿੱਚ ਵੀ ਲਿਖ ਦੇਣਾ, ਕੁਝ ਗਲਤ ਨਹੀਂ ਹੈ ਇਹ ਐਗਜ਼ਾਮਪਲ। ਸਾਡੇ ਇੱਥੇ 3 ਤਲਾਕ ਦਾ ਮੁੱਦਾ ਹੋਇਆ ਸੀਗਾ, है ना। तो ਜਿਹੜੇ 3 ਤਲਾਕ ਦਾ ਮੁੱਦਾ ਸੀ ਜਿੱਤ ਵੀ ਲਿਆ ਸੀਗਾ ਕਿ ਹਾਂ ਤਲਾਕ ਹੈ ਤਲਾਕ ਹੈ ਤਲਾਕ ਹੈ ਵਾਲੀ ਚੀਜ਼ ਨਹੀਂ ਕਰਨੀ ਹੈਗੀ। ਠੀਕ ਹੈ। ਕਿਉਂਕਿ ਮੁਸਲਮਾਨ ਕੀ ਕਰਦੇ ਸੀਗੇ ਕਿ ਇੱਕ ਵਾਈਫ ਅਗਰ ਉਹਨਾਂ ਦੀ ਹੈਗੀ ਆ ਤਾਂ ਉਹਨਾਂ ਤੋਂ ਦਿਲ ਭਰ ਜਾਂਦਾ ਹੈ, ਦੈਨ ਉਹਨਾਂ ਨੇ ਨੈਕਸਟ ਕੋਈ ਸ਼ਾਦੀ ਕਰ ਦੇਣੀ ਹੈ। ਦਿਲ ਭਰ ਜਾਂਦਾ ਮਤਲਬ ਕੁਝ ਗਲਤ ਨਾ ਸਮਝਣਾ, ਮਤਲਬ ਅਗਰ ਉਹਨਾਂ ਤੋਂ ਫਰਸਟ੍ਰੇਟ ਹੋ ਜਾਂਦੇ ਹੈਗੇ ਆ ਜਾਂ ਕਹਿ ਲਓ ਕਿ ਉਹਨਾਂ ਦੀ ਨਹੀਂ ਬਣਦੀ, ਲੜਾਈ ਝਗੜੇ ਹੋ ਜਾਂਦੇ ਹੈਗੇ ਆ, ਤਾਂ ਉਹ ਦੂਸਰੀ ਮੈਰਿਜ ਕਰਵਾ ਲੈਂਦੇ ਹੈਗੇ ਆ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਦੂਸਰੀ ਵਾਈਫ ਵੀ ਹੈਗੀ ਆ, ਹੁਣ ਉਹਦੇ ਨਾਲ ਵੀ ਉਹਦਾ ਮਨ ਨਹੀਂ ਭਰਿਆ ਹੈਗਾ। ਠੀਕ ਹੈ। ਉਹਨੇ ਕੀ ਕਰਨਾ, ਤੀਸਰੀ ਮੈਰਿਜ ਕਰਵਾ ਲੈਣੀ ਤੇ ਜਸਟ ਕੀ ਕਹਿਣਾ ਵਾ, ਤਲਾਕ ਹੈ ਤਲਾਕ ਹੈ ਤਲਾਕ ਹੈ, ਚਲੋ ਜੀ ਹੋ ਗਿਆ ਤਲਾਕ, ਕਬੂਲ ਹੈ ਕਬੂਲ ਹੈ ਕਬੂਲ ਹੈ, तो जी होगी शादी। तो इस तरह ਦਾ ਸਿਸਟਮ ਸੀਗਾ। तो ਮੋਦੀ ਸਰਕਾਰ ਨੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਇਹ ਸਿਸਟਮ ਨਹੀਂ ਹੋਣਾ ਚਾਹੀਦਾ। ਐਟਲੀਸਟ ਇੱਕ ਦੂਜੇ ਨੂੰ ਸਮਝਣ ਦੇ ਲਈ ਥੋੜਾ ਟਾਈਮ ਦੇਣਾ ਚਾਹੀਦਾ ਵਾ। ਹਾਂ, ਜੇ ਤੁਸੀਂ ਕਿਸੇ ਪਰਸਨ ਨੂੰ ਛੋੜ ਰਹੇ ਹੈਗੇ ਹੋ ਦੈਨ ਤੁਹਾਨੂੰ ਥੋੜਾ ਬਹੁਤਾ ਮੁਆਵਜ਼ਾ, ਮਤਲਬ ਥੋੜੀ ਬਹੁਤੀ ਪੇਮੈਂਟ ਤਾਂ ਕਰਨੀ ਪੈਣੀ ਆ, ਤਾਂ ਜੋ ਐਟਲੀਸਟ ਉਹ ਜਿਹੜੀ ਵਾਈਫ ਤੁਸੀਂ ਛੋੜ ਕੇ ਜਾ ਰਹੇ ਹੈਗੇ ਹੋ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ। ਇੱਕ ਲੇਡੀ ਨੂੰ ਜਦੋਂ ਛੋੜਿਆ ਜਾਂਦਾ ਹੈਗਾ ਵਾ ਸਮ ਟਾਈਮ ਉਹ ਸਾਲ 2 ਸਾਲ ਤੱਕ ਖੁਦ ਹੀ ਮਤਲਬ ਉਹਦਾ ਦਿਮਾਗ ਹੀ ਨਹੀਂ ਸਟੇਬਲ ਰਹਿ ਪਾਉਂਦਾ ਕਿ ਮੇਰੇ ਨਾਲ ਏਦਾਂ ਹੋ ਕਿੱਦਾਂ ਗਿਆ। ਠੀਕ ਹੈ। ਤੇ ਦੂਸਰਾ ਉਹ ਵੀ ਲੇਡੀਜ਼ ਦੀ ਆਦਤ ਮਾੜੀ ਹੈਗੀ ਆ, ਜਦ ਤੁਹਾਨੂੰ ਪਤਾ ਹੈ ਕਿ ਪਰਸਨ ਪਹਿਲਾਂ ਹੀ ਸ਼ਾਦੀशुदा ਹੈਗਾ ਵਾ, ਤੁਸੀਂ ਕਿਉਂ ਦੂਸਰੀ ਮੈਰਿਜ ਕਰਵਾ ਰਹੇ ਹੈਗੇ ਹੋ? ਪਹਿਲਾ ਪਰਸਨ ਤੋਂ ਹਰਟ ਹੁੰਦਾ ਹੈ ਨਾ। ਸੋ ਸਭ ਤੋਂ ਪਹਿਲਾਂ ਤਾਂ ਲੇਡੀਜ਼ ਨੂੰ ਹੀ ਸੋਚਣਾ ਚਾਹੀਦਾ ਵਾ ਕਿ ਜੇ ਤੈਨੂੰ ਰਾਈਟ ਹੈਗਾ ਇੰਜੋਏ ਕਰਨ ਦਾ, ਦੈਨ ਪਹਿਲੀ ਲੇਡੀਜ਼ ਨੂੰ ਜੋ ਹੈਗੀ ਆ ਵਮਨ ਹੈਗੀ ਉਸਨੂੰ ਵੀ ਇੰਜੋਏ ਕਰਨ ਦਾ ਰਾਈਟ ਹੈਗਾ, ਬਟ ਉਹ ਨਹੀਂ ਦੇਖਦੀਆਂ। ਹਰ ਇੱਕ ਨੂੰ ਜਸਟ ਆਪਣਾ ਆਪਣਾ ਪਿਆ ਹੁੰਦਾ ਹੈ ਕਿ ਮੈਂ ਕਿਸ ਤਰੀਕੇ ਦੇ ਨਾਲ ਖੁਸ਼ ਰਵਾਂ। ਦੂਸਰਾ ਮਰ ਰਿਹਾ ਹੈ ਤਾਂ ਇਟਸ ਓਕੇ ਆ। ਠੀਕ ਹੈ। ਉਹਦੀ ਪ੍ਰੋਪਰਟੀ ਨਹੀਂ ਹੈ, ਮਰ ਰਿਹਾ ਤਾਂ ਇਟਸ ਓਕੇ ਆ, ਉਹਦੀ ਪ੍ਰੋਬਲਮ ਹੈ, ਸਾਹਮਣੇ ਵਾਲੇ ਦੀ ਨਹੀਂ ਪ੍ਰੋਬਲਮ। तो मोदी सरकार ने किया कि हर एक पर्सन ह्यूमन बीइंग आ, हर एक दे विच दिल हैगा वा, हर एक नू हर्ट हुंदा वा, हर एक ने अपनी लाइफ नू जिउणा वा। सो उन्हें की कीता, रूल बना दिता कि इदां दा सिस्टम नहीं होएगा कि तुसी कहता तलाक है ते हो गया तलाक। ठीक है। सो इस सिस्टम नू खत्म किया गया ਹਿਊਮਨ ਰਾਈਟ ਦੇ ਕਨਸੈਪਟ ਨਾਲ। ਅੱਛਾ, ਮੈਂ ਤੁਹਾਨੂੰ ਇਹ ਚੀਜ਼ ਬੋਲੀ ਸੀ, ਯਾਦ ਹੈ, ਮੈਂ ਤੁਹਾਨੂੰ ਕਰਵਾਨੀ ਆ ਹਰੇਕ ਸਾਈਡ ਦੇ ਉੱਤੇ ਕਿ ਰਿਲੀਜੀਅਸ ਬੇਸਿਸ ਦੇ ਉੱਤੇ ਤੁਹਾਨੂੰ ਫ੍ਰੀडम ਹੈ। ਗਵਰਨਮੈਂਟ ਰਿਲੀਜੀਅਸ ਬੇਸਿਸ ਦੇ ਉੱਤੇ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰੇਗੀ।
ਹੁਣ ਇਹ ਤਾਂ ਇੱਕ ਧਰਮ ਦੇ ਨਾਲ ਰਿਲੇਟਡ ਵੀ ਚੀਜ਼ ਹੋ ਗਈ। ਕਾਜ਼ੀ ਕਹਿੰਦੇ ਕਿ ਤੁਸੀਂ ਕੌਣ ਹੁੰਨੇ ਆ ਸਾਡੇ ਧਰਮ ਦੇ ਵਿੱਚ ਦਖਲ ਦੇਣ ਵਾਲੇ, ਕਿ ਇਹ ਤਾਂ ਸਾਡਾ ਧਰਮ ਹੈ, ਅਸੀਂ ਕਵਾਂਗੇ ਕਬੂਲ ਹੈ ਤਾਂ ਸ਼ਾਦੀ ਹੋਏਗੀ, ਅਸੀਂ ਕਵਾਂਗੇ ਤਲਾਕ ਹੈ ਤਾਂ ਤਲਾਕ ਹੋਏਗਾ, ਸਾਡਾ ਧਰਮ ਹੈ ਨਾ। ਤਾਂ ਹੁਣ ਅਸੀਂ ਕਿਸੇ ਦੇ ਧਰਮ ਦੇ ਮਾਮਲੇ ਦੇ ਵਿੱਚ ਤੋਂ ਐਡ ਨਹੀਂ ਨਾ ਹੋ ਸਕਦੇ। ਅਸੀਂ ਕੀ ਕੀਤਾ, ਕਨਸੈਪਟ ਉਲਟਾ ਚੱਕ ਲਿਆ। ਉਲਟਾ ਕਿਸ ਤਰੀਕੇ ਨਾਲ ਚੱਕਿਆ, ਅਸੀਂ ਕਿ ਠੀਕ ਹੈ ਇਹ ਤੁਹਾਡੇ ਧਰਮ ਦੀ ਬਾਉਂਡਰੀ ਤੋਂ ਅਸੀਂ ਪਰੇ ਜਾਂਦੇ ਆ, ਅਸੀਂ ਇੱਕ ਹਿਊਮਨ ਨੂੰ ਪ੍ਰੋਟੈਕਟ ਕਰਨ ਦਾ ਕੰਮ ਕਰਨਾ, ਕਿਉਂਕਿ ਸਾਡੇ ਕੋਲ ਹਿਊਮਨ ਰਾਈਟ ਵੀ ਆ ਕਿ ਤੁਸੀਂ ਕਿਸੇ ਦੂਜੇ ਪਰਸਨ ਨੂੰ ਹਾਰਮ ਨਹੀਂ ਕਰ ਸਕਦੇ। ਕਹਿੰਦੇ ਰਿਲੀਜੀਅਸ ਬੇਸਿਸ ਦੇ ਉੱਤੇ ਅਸੀਂ ਤੁਹਾਡਾ ਕਨਸੈਪਟ ਚੱਕਿਆ ਹੀ ਨਹੀਂ ਹੈ, ਅਸੀਂ ਤੁਹਾਡਾ ਹਿਊਮਨ ਰਾਈਟ ਦੇ ਬੇਸ ਦੇ ਉੱਤੇ ਕਨਸੈਪਟ ਚੱਕਿਆ ਹੈਗਾ ਵਾ। ਠੀਕ ਹੈ, ਕਦੇ ਕਨਫਿਊਜ਼ ਨਾ ਹੋਣਾ ਵੀ ਮੈਡਮ ਤਾਂ ਕਹਿੰਦੇ ਸੀ ਕਿ ਰਿਲੀਜੀਅਸ ਬੇਸਿਸ ਦੇ ਉੱਤੇ ਕੋਈ ਦਖਲ ਨਹੀਂ ਦੇ ਸਕਦਾ ਹੈਗਾ, ਤੇ ਹੁਣ 3 ਤਲਾਕ ਦਾ ਹੈਗਾ ਹੀ ਰਿਲੀਜੀਅਸ ਮਾਮਲਾ ਹੈਗਾ ਵਾ। ਹੁਣ ਸਾਨੂੰ ਆਣ ਕੇ ਕੋਈ ਕਹਿ ਦੇਵੇ ਜੀ ਫੇਰੇ ਨਹੀਂ ਲੈਣੇ ਹੈਗੇ, ਠੀਕ ਹੈ, ਤਾਂ ਅਸੀਂ ਕਹਾਂਗੇ ਰਿਲੀਜੀਅਸ ਮਾਮਲਾ ਹੈ, ਤੂੰ ਕੌਣ ਹੁੰਦਾ ਦਖਲ ਦੇਣ ਵਾਲਾ। ਲੇਕਿਨ ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਹਿਊਮਨ ਰਾਈਟ ਦੇ ਕਨਸੈਪਟ ਦੇ ਨਾਲ, ਸਾਨੂੰ ਲੀਵ ਕਰਨਾ ਪੈਣਾ ਹੈ। ਜਿੱਦਾਂ ਹੁਣ 3 ਤਲਾਕ ਵਾਲਾ ਹੋਇਆ ਹੀ ਹੈ ਲੀਵ ਸਾਰਾ ਕੁਝ। ਹੁਣ 3 ਤਲਾਕ ਵਾਲੇ ਸਿਸਟਮ ਜਿਹੜਾ ਹੈਗਾ ਬੜਾ ਭਾਰੀ ਭਰਕਮ ਹੋਏਗਾ ਅਗਰ ਕਿਸੇ ਨੇ ਤਲਾਕ ਲੈਣਾ ਹੈ। ਕੋਈ ਨਾਰਮਲ ਜਿਹਾ ਨਹੀਂ ਕਿ WhatsApp ਤੇ ਮੈਸੇਜ ਕੀਤਾ ਜੀ ਤਲਾਕ ਹੈ ਤੇ ਹੋ ਗਿਆ ਤਲਾਕ। ਪਤਾ ਨਹੀਂ ਨਿਊਜ਼ ਸੱਚੀ ਹੈ ਕਿ ਝੂਠੀ ਹੈ। ਜਦੋਂ ਆਹ ਵਾਲਾ ਮਾਮਲਾ ਹੋ ਰਿਹਾ ਸੀਗਾ, ਕਿਉਂਕਿ ਨਿਊਜ਼ ਚੈਨਲ ਵਾਲੇ ਜਿਹੜੇ ਨਿਊਜ਼ ਦਿੰਦੇ, ਕਿਸੇ ਨੇ ਸੁਣੀਆਂ ਕਿਸੇ ਨੇ ਨਹੀਂ ਸੁਣੀਆਂ, ਸੋ ਸੱਚੀ ਝੂਠੀ ਵੀ ਹੋ ਸਕਦੀ ਹੈ। तो कहते कि जिद्दां ही ਇਹ ਜਿਹੜਾ ਮਾਮਲਾ ਹੈਗਾ ਅਦਾਲਤ ਦੇ ਵਿੱਚ ਗਿਆ ਸੀ, ਉਦਾਂ ਹੀ ਇੱਕ ਪਰਸਨ ਨੇ ਆਪਣੀ ਵਾਈਫ ਨੂੰ WhatsApp ਤੇ ਮੈਸੇਜ ਕੀਤਾ ਸੀ ਤਲਾਕ ਹੈ ਤੇ ਉਹ ਲੇਡੀ ਨੇ ਵੁਮਨ ਨੇ ਮਗਰੋਂ ਮਤਲਬ ਚੱਕਿਆ ਸੀ ਕਨਸੈਪਟ ਤੇ ਅਦਾਲਤ ਦੇ ਵਿੱਚ ਗਈ ਸੀਗੀ ਕਿ ਹਜੇ ਇੱਥੇ ਮਤਲਬ ਸੁਣਵਾਈ ਹੋ ਰਹੀ ਹੈ ਤੇ ਮੇਰੇ ਹਸਬੰਡ ਨੇ ਮੈਨੂੰ ਆਹ ਤਲਾਕ ਹੈ ਵਾਲਾ ਜਿਹੜਾ ਕਨਸੈਪਟ ਹੈਗਾ ਰਾਈਟ ਡਾਊਨ ਕਰ ਦਿੱਤਾ ਹੈਗਾ। ਤੁਸੀਂ ਸੋਚੋ ਕਿੰਨੇ ਈਜ਼ੀ ਹੈਗਾ ਸੀਗਾ ਉਹਨਾਂ ਦਾ ਤਲਾਕ ਲੈਣਾ। ਮੈਂ ਤੁਹਾਨੂੰ ਉਹੀ ਕਹਿ ਰਹੀ ਹੈਗੀ ਆ ਕਿ ਜਿਹੜੀਆਂ ਤੇ ਉਸ ਤੋਂ ਬਾਅਦ ਆਪਾਂ ਕਨਸੈਪਟ ਤੇ ਦੁਬਾਰਾ ਆਨੇ ਆ ਕਿ ਪੋਲੀਟੀਕਲ ਪਾਰਟੀਆਂ ਬੀਜੇਪੀ ਇਹ ਕੰਮ ਕਰ ਰਿਹਾ ਸੀ ਨਾ, ਬੀਜੇਪੀ ਅੱਛਾ ਕੰਮ ਕਰ ਰਿਹਾ ਸੀ। ਹੁਣ ਮੈਂ ਹਰੇਕ ਵਾਰ ਨਹੀਂ ਕਹਿ ਸਕਦੀ ਕਿ ਨਰਿੰਦਰ ਮੋਦੀ ਗਲਤ ਕੰਮ ਕਰ ਰਹੇ ਹੈਗੇ ਆ, ਅੱਛਾ ਕੰਮ ਕਰ ਰਹੇ ਸੀਗੇ ਉਹ। तो ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਕਹਿੰਦੀ ਸੀ ਨਹੀਂ ਏਦਾਂ ਤਾਂ ਹੋਣਾ ਹੀ ਨਹੀਂ ਚਾਹੀਦਾ, ਏਦਾਂ ਤਾਂ ਇਹ ਹੋ ਜਾਣਾ, ਏਦਾਂ ਤਾਂ ਉਹ ਹੋ ਜਾਣਾ, ਤਾਂ ਉਹਦੇ ਅਗੇਂਸਟ ਜਾ ਰਹੀ ਸੀ। ਮਤਲਬ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਅਗਰ ਕੋਈ ਪਰਸਨ ਅੱਛਾ ਕੰਮ ਕਰ ਰਿਹਾ ਹੈਗੀਆਂ ਨਾ ਉਹਦੇ ਵਿੱਚ ਵੀ ਇਹ ਅਗੇਂਸਟ ਚਲੇ ਜਾਂਦੀਆਂ ਨੇ। ਏਦਾਂ ਨਹੀਂ ਹੋਣਾ ਚਾਹੀਦਾ। ਵੈਲ ਸੈਟਲ ਆਰਗੇਨਾਈਜੇਸ਼ਨ ਪਾਰਟੀਆਂ ਹੋਣੀਆਂ ਚਾਹੀਦੀਆਂ, ਆਰਗੇਨਾਈਜ਼ਡ ਪਾਰਟੀ ਹੋਣੀਆਂ ਚਾਹੀਦੀਆਂ ਕਿ ਜਦੋਂ ਕੋਈ ਪਰਸਨ ਕੋਈ ਪੋਲੀਟੀਕਲ ਪਾਰਟੀ ਬੁਰਾ ਕੰਮ ਕਰਦੇ ਦੈਨ ਉਹਨਾਂ ਦੇ ਅਗੇਂਸਟ ਜਾਓ, ਬਟ ਅਗਰ ਉਹ ਅੱਛਾ ਕੰਮ ਕਰਦੀ ਹੋਈ ਹੈ ਤਾਂ ਉਹਨਾਂ ਦੇ ਫੇਵਰ ਦੇ ਵਿੱਚ ਜਾਓ ਨਾ। ਤੇ ਇਹ ਪੋਲੀਟੀਕਲ ਪਾਰਟੀਆਂ ਫੇਵਰ ਦੇ ਵਿੱਚ ਨਹੀਂ ਜਾਂਦੀਆਂ। ਅੱਜ ਸਾਡੇ ਕੈਪਟਨ ਅਮਰਿੰਦਰ ਸਿੰਘ ਕਹਿ ਦੇਣਗੇ ਕਿ ਬਾਦਲ ਬਹੁਤ ਚੰਗਾ ਹੈ, ਨਹੀਂ ਜੀ ਨਹੀਂ, ਸਪੀਚ ਖੜੀ ਮਤਲਬ ਉਹਨਾਂ ਨੂੰ ਇੱਕ ਵਾਰੀ ਬੋਲਣ ਤਾਂ ਲਾ ਦੋ, ਉਹਨਾਂ ਨੇ ਅਗਲੀਆਂ ਪਿਛਲੀਆਂ ਇਹ ਉਹ ਸਭ ਫੈਲਾ ਦੇਣੀਆਂ ਹੈਗੀਆਂ, ਅੱਛੀ ਚੀਜ਼ ਕੋਈ ਨਹੀਂ ਦੱਸੇਗਾ, ਹੈ ਨਾ। ਤਾਂ ਕਦੇ ਦੁਸ਼ਮਣ ਦੇ ਕੋਲੋਂ ਨਾ ਪੁੱਛੋ ਕਿ ਉਹ ਪਰਸਨ ਕਿੱਦਾਂ ਦਾ ਵਾ, ਅਕਸਰ ਉਹਦੇ ਫਰੈਂਡ ਦੇ ਕੋਲੋਂ ਪੁੱਛੋ ਕਿ ਉਹ ਪਰਸਨ ਕਿੱਦਾਂ ਹੈ। ਦੁਸ਼ਮਣ ਤਾਂ ਬੋਲੇਗਾ ਹੀ ਨਾ ਕਿ ਪਰਸਨ ਅੱਛਾ ਨਹੀਂ ਹੈ, ਅਰੇ ਦੁਸ਼ਮਣ ਬਣਿਆ ਹੀ ਤਾਂ ਵਾ ਕਿਉਂਕਿ ਉਹ ਅੱਛਾ ਨਹੀਂ ਹੈ, ठीक है। सो इस तरह नहीं होना चाहिए। नेक्स्ट है पॉलिटिकल एजुकेशन। कहते कि पॉलिटिकल एजुकेशन जिहड़ी हैगी आ सब साइड जिहड़ी हैगी आ वो देनी चाहिए, मतलब लोकां नूं जागरूक करते रहना चाहिए। हुण पॉलिटिकल एजुकेशन किद्दां मिलेगी, ऐदां नहीं है पॉलिटिकल साइंस पढ़न दे नाल पॉलिटिकल एजुकेशन मिल जाती है, चलो ये तो मिलती है। आम लोग आम जनरेशन जो नहीं पढ़ी लिखी उन्हां नूं किद्दां मिलदी है। ये जिहड़े आंदे आ ना इलैक्शन दे टाइम पीरियड दे विच आ जांदे आ जी सानू वोटां पाओ, आ वोटां पाउण ते आ देवांगे तुहानू, ये पॉलिटिकल एजुकेशन हुंदी है, ठीक है। उस तो बाद रिटन कॉन्स्टिट्यूशन। कहंदे कॉन्स्टिट्यूशन जिहड़ा हैगा रिटन दे विच होना चाहिए तां जो साडे फ्रीडम, साडीआं राइट्स, साडीआं ड्यूटीज हर चीज नूं अच्छे तरीके नाल असीं समझ सकीए। सो रिटन कॉन्स्टिट्यूशन होना चाहिए, अगर रिटन नहीं है तो असीं नहीं समझ सकते। ਨੈਕਸਟ ਹੈ ਤੁਹਾਡਾ ਲਵ ਆਫ ਲਿਬਰਟੀ। ਕਹਿੰਦੇ ਸੁਤੰਤਰਤਾ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ, ਠੀਕ ਹੈ। ਕਹਿੰਦੇ ਕਿ ਅਸੀਂ ਦੇਖਦੇ ਹੈਗੇ ਆ ਕਿ ਜਿਹੜਾ ਮਤਲਬ ਹਿਊਮਨ ਬੀਇੰਗ ਹੈਗਾ ਨਾ ਉਹ ਸੁਤੰਤਰਤਾ ਦੇ ਲਈ ਇੰਨਾ ਜ਼ਿਆਦਾ ਯਾਨੀ ਕਿ ਫ੍ਰੀडम ਦੇ ਲਈ ਇੰਨਾ ਜ਼ਿਆਦਾ ਕਹਿ ਲੋ ਕਿ ਗ੍ਰੀਡੀ ਪਰਸਨ ਹੈਗਾ ਵਾ ਕਿ ਜਦੋਂ ਉਹਨੂੰ ਫ੍ਰੀडम ਨਹੀਂ ਨਾ ਮਿਲਦੀ ਉਹ ਸੁਸਾਈਡ ਕਰ ਲੈਂਦਾ ਹੈ। ਅਸੀਂ ਅਕਸਰ ਘੁੱਟਣ ਦੇ ਕਰਕੇ ਸੁਸਾਈਡ ਕਰਦੇ ਆ, ਤੁਸੀਂ ਮੰਨਦੇ ਹੋਵੋਗੇ, ਠੀਕ ਹੈ। ਸੋ ਘੁੱਟਣ ਦੇ ਕਰਕੇ ਜਿਹੜਾ ਹੈਗਾ ਵਾ
ਉਹਦੇ ਨਾਲ ਹਿਊਮਨ ਬੀਇੰਗ ਕੀ ਹੈਗਾ ਵਾ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦਾ, ਦੈਨ ਉਹ ਆਪਣੀ ਲਾਈਫ ਤੋਂ ਗਿਵ ਅਪ ਕਰਨ ਦੇ ਬਾਰੇ ਵੀ ਸੋਚਦਾ। ਤਾਂ ਲਵ ਆਫ ਲਿਬਰਟੀ ਯਾਨੀ ਕਿ ਸੁਤੰਤਰਤਾ ਦੇ ਨਾਲ ਜਿਹੜਾ ਪ੍ਰੇਮ ਹੈਗਾ ਵਾ ਉਹ ਹੋਣਾ ਚਾਹੀਦਾ ਵਾ। ਸੋ ਇਸ ਦੇ ਨਾਲ ਹੀ ਸਾਡਾ ਜਿਹੜਾ ਕਨਸੈਪਟ ਹੈਗਾ ਵਾ ਉਹ ਇੱਥੇ ਹੀ ਖਤਮ